ਮਿੰਟੂ ਜੀ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਤੇ ਅਦਾਲਤ ਵਿੱਚ ਵੀ ਹਮਲਾ ਹੋ ਸਕਦਾ ਹੈ, ਇਸ ਗੱਲ ਦੇ ਸੰਕੇਤ ਮਿਲ ਰਹੇ ਨੇ, ਕੀ ਵੇਰਵਾ ਜੀ? ਬਿਲਕੁਲ ਜੀ, ਇਹ ਕਹਿ ਲਈਏ ਕਿ ਬਹੁਤ ਵੱਡੀ ਇਸ ਵੇਲੇ ਖਬਰ ਆ, ਕਿਉਂਕਿ ਇਹ ਖਬਰ ਕੋਈ ਕਿਸੇ ਮੀਡੀਆ ਅਦਾਰੇ ਨੇ ਆਪਣੇ ਪੱਧਰ ਤੇ ਸ਼ਾਇਆ ਨਹੀਂ ਕੀਤੀ, ਨਸ਼ਰ ਨਹੀਂ ਕੀਤੀ ਜਾਂ ਖੁਲਾਸੇ ਦੇ ਰੂਪ ਚ ਪੇਸ਼ ਨਹੀਂ ਕੀਤੀ। ਇਹਦੇ ਚ ਹੋਇਆ ਕੀ ਹੈ ਕਿ ਹੋਮ ਮਿਨਿਸਟਰੀ ਵੱਲੋਂ ਹੀ ਇਹਨਾਂ ਨੂੰ ਇੱਕ ਅਲਰਟ ਭੇਜਿਆ ਗਿਆ, ਯਾਨੀ ਜਿਹੜੇ ਪੰਜਾਬ ਦੇ ਡੀਜੀਪੀ ਹੈ ਉਹਨਾਂ ਨੂੰ ਹੀ ਅਲਰਟ ਕੱਢਿਆ ਗਿਆ ਕਿ ਭਾਈ ਤੁਸੀਂ ਸੰਭਲ ਕੇ ਚੱਲਿਓ, ਜਦੋਂ ਇਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਏਗੀ ਤਾਂ ਜਿਹੜਾ ਇਹਨਾਂ ਦਾ ਵਿਰੋਧੀ ਗਰੁੱਪ ਆ ਬੰਬੀਹਾ ਗਰੁੱਪ ਆ, ਤਾਂ ਬੰਬੀਹਾ ਗਰੁੱਪ ਨੇ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਮਨਕੀਰਤ ਔਲਖ ਨੂੰ ਅੱਜ ਫੇਰ ਧਮਕੀ ਦੇ ਰੱਖੀ ਹੈ, ਜਿਹੜੀ ਕਥਿਤ ਤੌਰ ਤੇ ਉਹਨਾਂ ਦਾ ਪੇਜ ਚੱਲਦਾ ਉਹਦੇ ਉੱਤੇ ਆ। ਤਾਂ ਇਹਨਾਂ ਨੇ ਕਿਹਾ ਕਿ ਜਿਸ ਟਾਈਮ ਇਹਨਾਂ ਨੂੰ ਪੇਸ਼ ਕੀਤਾ ਜਾਏਗਾ, ਹੋ ਸਕਦਾ ਆ ਕਿ ਵਕੀਲਾਂ ਦੇ ਭੇਸ ਦੇ ਵਿੱਚ ਜਾਂ ਅਦਾਲਤੀ ਸਟਾਫ ਦੇ ਭੇਸ ਦੇ ਵਿੱਚ ਹਮਲਾ ਕਰ ਦਿੱਤਾ ਜਾਵੇ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਇਹਨਾਂ ਵਾਸਤੇ ਸੂਚਕ ਹੈ ਇਸ ਵੇਲੇ ਇਸ ਗੱਲ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਇੱਥੇ ਵਾਰਦਾਤ ਹੋ ਸਕਦੀ ਆ। ਹਾਲਾਂਕਿ ਇਹਨਾਂ ਦਾ ਪ੍ਰਬੰਧ ਤੇ ਬੜਾ ਪੁਖਤਾ ਹੈ ਵਿਜੇ ਜੀ, ਜਦੋਂ ਵੀ ਤੁਸੀਂ ਦੇਖਿਆ ਹੋਣਾ ਇਹਨਾਂ ਨੂੰ ਪੇਸ਼ ਕਰਦੇ ਨੇ ਤਾਂ ਬੜੀਆਂ ਬਖਤਰਬੰਦ ਟਾਈਪ ਗੱਡੀਆਂ ਜਿਨ੍ਹਾਂ 'ਚ ਬਿਠਾਇਆ ਜਾਂਦਾ ਹੈ, ਅੱਗੇ ਪਿੱਛੇ ਸਿਕਿਉਰਿਟੀ। ਪਰ ਇੰਡੀਆ 'ਚ ਇਸ ਤਰ੍ਹਾਂ ਦੀ ਹੈਪਨਿੰਗ ਕਈ ਵਾਰੀ ਹੋ ਚੁੱਕੀ ਆ। ਤੁਹਾਨੂੰ ਯਾਦ ਹੋਏਗਾ ਇੱਕ ਗੈਂਗਸਟਰ ਨੂੰ ਦਿੱਲੀ ਦੀ ਇੱਕ ਅਦਾਲਤ ਦੇ ਵਿੱਚ ਮਾਰਿਆ ਗਿਆ ਸੀਗਾ, ਐਨ ਕੋਰਟ ਦੇ ਵਿੱਚ, ਕਿਉਂਕਿ ਹੁਣ ਦੇਖੋ ਤੁਸੀਂ ਸਾਰੀ ਸਿਕਿਉਰਿਟੀ ਕੋਰਟ ਕੰਪਲੈਕਸ 'ਚ ਨਹੀਂ ਲਿਜਾ ਸਕਦੇ, ਮਤਲਬ ਕਿ ਕੋਰਟ ਕੰਪਲੈਕਸ ਦੇ ਆਲੇ ਦੁਆਲੇ ਤਾਂ ਲੈ ਗਏ, ਚਲੋ ਠੀਕ ਹੈ, ਬਾਹਰਲੇ ਖੇਤਰ 'ਚ ਤੁਸੀਂ ਲਾ ਲਈ ਸਿਕਿਉਰਿਟੀ। ਹੁਣ ਜਿੱਥੇ ਬੰਦੇ ਨੂੰ ਪੇਸ਼ ਕਰਨਾ ਉੱਥੇ ਥੋੜੀ ਨਾ ਸਾਰੀ ਪੁਲਿਸ ਫੋਰਸ ਲੈ ਜਾਓਗੀ, ਜੱਜ ਦੇ ਕਮਰੇ ਦੇ ਵਿੱਚ ਜਾਂ ਜੱਜ ਦੇ ਕਮਰੇ ਦੇ ਮੋਹਰੇ ਸਾਰਾ ਖੜਮਾਸ ਥੋੜੀ ਨਾ ਉੱਥੇ ਕਰ ਦਿੱਤਾ ਜਾਏਗਾ, ਉੱਥੇ ਚੰਦ ਬੰਦੇ ਹੀ ਜਾਣਗੇ। ਤਾਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ ਜਿਹੜਾ ਕਿ ਇੰਡੀਆ 'ਚ ਅੱਗੇ ਹੋਇਆ। ਮੈਂ ਜਿਵੇਂ ਤੁਹਾਨੂੰ ਮਿਸਾਲ ਦਿੱਤੀ ਕਿ ਇੱਕ ਗੈਂਗਸਟਰ ਨੂੰ ਥੋੜਾ ਸਮਾਂ ਪਹਿਲਾਂ ਹੀ ਦਿੱਲੀ ਦੇ ਵਿੱਚ ਮਾਰਿਆ ਗਿਆ ਸੀਗਾ। ਸੋ ਇਸ ਕਰਕੇ ਕਿਉਂਕਿ ਇਹਨਾਂ ਦੀ ਟਸਲ ਬਹੁਤ ਪੁਰਾਣੀ ਹੈ, ਇਹਨਾਂ ਦੀ ਟਸਲ ਦੇ ਵਿੱਚ ਬੜੇ ਕਤਲ ਹੋ ਚੁੱਕੇ ਅੱਗੇ, ਸੋ ਇਸ ਕਰਕੇ ਉਹਨਾਂ ਨੇ ਅਲਰਟ ਭੇਜਿਆ ਔਰ ਇਹ ਲਿਖਤੀ ਅਲਰਟ ਜਿਹੜਾ ਹੈ ਉਹ ਇਹਨਾਂ ਨੂੰ ਪਹੁੰਚ ਚੁੱਕਾ। ਤੇ ਜੇ ਹੁਣ ਵੀ ਕੋਈ ਐਸੀ ਵੈਸੀ ਘਟਨਾ ਵਾਪਰਦੀ ਹੈ, ਕਿਉਂਕਿ ਅੱਗੇ ਤੁਸੀਂ ਸਿੱਧੂ ਮੂਸੇਵਾਲਾ ਹੱਤਿਆਕਾਂਡ 'ਚ ਦੇਖਿਆ ਹੋਏਗਾ ਕਿ ਦਿੱਲੀ ਪੁਲਿਸ ਨੇ ਵਾਰ-ਵਾਰ ਕਿਹਾ ਕਿ ਅਸੀਂ ਇਹਨਾਂ ਨੂੰ ਦੱਸ ਦਿੱਤਾ ਸੀਗਾ, ਅਸੀਂ ਇਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਸਿੱਧੂ ਮੂਸੇਵਾਲੇ ਨੂੰ ਖਤਰਾ ਹੈ ਜੀ। ਤਾਂ ਇਹਨਾਂ ਨੇ ਮਤਲਬ ਕਿ ਉਹ ਜਿਹੜਾ ਦੱਸਿਆ ਸੀ, ਅਸੀਂ ਕਿਹਾ ਸ਼ੂਟਰ ਫੜੇ, ਇਹਨਾਂ ਨੇ ਦੱਸਿਆ ਕਿ ਅਸੀਂ ਰੇਕੀ ਕੀਤੀ, ਉਹ ਸਾਰਾ ਕੁਝ ਸੁਣਨ ਤੋਂ ਬਾਅਦ ਵੀ ਆਪਣਾ ਕੰਨ ਜਿਹੜਾ ਇੱਧਰ ਨਹੀਂ ਧਰਿਆ ਤੇ ਇਹ ਮਸਲਾ ਇੱਧਰ ਨੂੰ ਹੋ ਤੁਰਿਆ। ਸੋ ਇਸ ਕਰਕੇ ਹੁਣ ਇਹ ਕੋਈ ਕੁਤਾਹੀ ਨਹੀਂ ਵਰਤ ਸਕਦੇ। ਜੀ, ਅੱਛਾ, ਉਧਰ ਆਸ਼ੂ ਦੀ ਗ੍ਰਿਫਤਾਰੀ ਦੇ ਵਿੱਚ ਕੀ ਅਪਡੇਟ ਹੈ ਜੀ? ਤੇ ਨਾਲ ਇਹ ਵੀ ਦੱਸਿਓ ਵੀ ਮਨਪ੍ਰੀਤ ਬਾਦਲ ਦੇ ਖਿਲਾਫ ਵੀ ਸ਼ਿਕਾਇਤ ਦਰਜ ਹੋਈ ਹੈ। ਹਾਂਜੀ, ਦੇਖੋ ਗੱਲ ਇਹ ਆ ਕਿ ਜੇ ਹੁਣ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਹੈ ਅਭੀ ਨਵੀ, ਜਿਵੇਂ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ, ਮਨਪ੍ਰੀਤ ਸਿੰਘ ਬਾਦਲ ਤੇ ਫੇਰ ਉਹ ਪਟਿਆਲਾ ਉੱਥੇ ਹੀ ਦਲੇਰ ਮਹਿੰਦੀ, ਉੱਥੇ ਹੀ ਮਤਲਬ ਕਿ ਪੂਰਾ ਮੁਸ਼ਹਿਰੇ ਦਾ ਹੀ ਪ੍ਰੋਗਰਾਮ ਹੋ ਜਾਏਗਾ ਸਾਰਾ ਫਿੱਟ। ਖੈਰ ਇਹ ਪਤਾ ਨਹੀਂ ਹੁਣ ਕਿੱਧਰ ਨੂੰ ਜਾਏਗੀ ਕਾਂਗਰਸ ਦੀ ਕਹਾਣੀ, ਕੋਈ ਸਮਝ ਨਹੀਂ ਆਉਂਦੀ। ਇੱਥੇ ਇੱਕ ਨੂੰ ਰੋਂਦੇ ਨੇ ਤੇ ਦੂਜਾ ਤਿਆਰ ਹੋ ਜਾਂਦਾ ਜਦ ਨੂੰ ਕਿ ਉਹਦੀ ਵਾਰੀ ਆ ਹੀ ਲਓ ਜੀ। ਇੱਥੇ ਹੁਣ ਮੇਰੇ ਖਿਆਲ ਦੇ ਨਾਲ ਟੈਲੀਫੋਨ ਕਰਕੇ ਪੁੱਛਿਆ ਕਰਨਗੇ ਕਰਦੇ ਆ ਕਿ ਅੱਜ ਬਾਹਰ ਹੀ ਹੈ, ਸ਼ਾਮ ਵਾਲਾ ਆਟਾ ਗੁੰਨ ਲਈਏ, ਕਿਤੇ ਅੰਦਰ ਤੇ ਨਹੀਂ ਕਰ ਦਿੱਤਾ ਆਮ ਆਦਮੀ ਪਾਰਟੀ ਵਾਲਿਆਂ ਨੇ। ਖੈਰ ਦੇਖੋ, ਜਿਹੜੀ ਇਸ ਮਾਮਲੇ ਦੇ ਵਿੱਚ ਅਪਡੇਸ਼ਨ ਆ ਕਿ ਇਹਨੂੰ ਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਆਸ਼ੂ ਨੂੰ ਤੇ ਰਿਮਾਂਡ ਦੇ ਦਿੱਤਾ ਗਿਆ 4 ਦਿਨਾਂ ਦਾ। 4 ਦਿਨਾਂ ਦਾ ਜਿਹੜਾ ਪੁਲਿਸ ਰਿਮਾਂਡ ਆ, ਤਾਂ ਹੁਣ ਰਿਮਾਂਡ ਔਨ ਡਿਮਾਂਡ ਪੁਲਿਸ ਨੂੰ ਜਿਹੜਾ ਮਿਲ ਗਿਆ ਤਾਂ ਦੇਖੋ ਬਈ ਅੱਗੇ ਕੀ ਨਿਕਲਦਾ ਹੈ। ਪਰ ਅੱਜ ਇੰਟਰਸਟਿੰਗ ਗੱਲ ਜਿਹੜੀ ਸੁਣਵਾਈ ਦੇ ਦੌਰਾਨ ਵੇਖਣ ਨੂੰ ਮਿਲੀ, ਇੱਕ ਤੇ ਇਹ ਹੈ ਕਿ ਰਵਨੀਤ ਬਿੱਟੂ ਦੇ ਗਨਮੈਨਾਂ ਦਾ ਵੀ ਕਿਤੇ ਨਾ ਕਿਤੇ ਥੋੜਾ ਤਲਖੀ ਵਾਲਾ ਆਲਮ ਫੇਰ ਅੱਜ ਵੇਖਣ ਨੂੰ ਮਿਲਿਆ। ਉਹ ਖਹਿਬੜ ਰਹੇ ਸਨ ਕਿਉਂਕਿ ਸਿਕਿਉਰਿਟੀ ਵਾਲੇ ਉਹਨਾਂ ਨੂੰ ਅੱਗੇ ਨਹੀਂ ਸੀ ਜਾਣ ਦੇ ਰਹੇ, ਕਿਉਂਕਿ ਸਿਕਿਉਰਿਟੀ ਇਹਨਾਂ ਦੇ ਨਾਲ ਬਹੁਤ ਹੁੰਦੀ ਹੈ। ਤਾਂ ਦੂਸਰੇ ਪਾਸੇ ਇਹਨਾਂ ਦੇ ਹੋਰ ਲੀਡਰ ਵੀ ਆਏ ਹੋਏ ਸਨ, ਜਿੱਦਾਂ ਰਾਜਾ ਵੜਿੰਗ, ਮੇਰੇ ਖਿਆਲ ਦੇ ਨਾਲ ਬਾਜਵਾ ਸਾਹਿਬ ਵੀ ਪਹੁੰਚੇ ਹੋਏ ਸਨ, ਹੋਰ ਇਸ ਤਰ੍ਹਾਂ ਦੇ ਕਈ ਲੀਡਰ ਪਹੁੰਚੇ ਸੀਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਲੀਡਰਸ਼ਿਪ ਤੇ ਇਹਨਾਂ ਦੀ ਆਈ ਹੋਈ ਸੀਗੀ, ਪਰ ਜਿਹੜੀ ਅਦਾਲਤ ਦੇ ਅੰਦਰ ਕਾਰਵਾਈ ਹੋਣੀ ਸੀਗੀ ਤਾਂ ਉਹਦੇ ਵਿੱਚ ਇੱਕ ਮੋੜ ਜਿਹਾ ਏਦਾਂ ਆਇਆ ਕਿ ਜਿਹੜੇ ਤੇਲੂ ਰਾਮ, ਉਹ ਤੇਲੂ ਰਾਮ ਨਹੀਂ ਜਿਹੜਾ ਸਦੀਕ ਨੇ ਕਿਹਾ ਸੀ ਜੋੜਾ ਵਿੱਚ ਬਹਿ ਗਿਆ ਜੱਟ ਦੇ ਤੇਲੂ ਰਾਮ ਦੀ ਹੱਟੀ ਦਾ ਜਰਦਾ, ਇਹ ਤੇ ਜੋੜਾ ਦੇ ਵਿੱਚ ਤੇਲੂ ਰਾਮ ਹੀ ਬਹਿ ਗਿਆ। ਮਤਲਬ ਕਿ ਹੁਣ ਤੱਕ ਦੀ ਸਾਰੀ ਕਾਰਵਾਈ ਚ ਤੇਲੂ ਰਾਮ ਹੀ ਇੱਕ ਐਸਾ ਕਰੈਕਟਰ ਆ ਜਿਹੜਾ ਸਾਰਿਆਂ ਦੀਆਂ ਜੜ੍ਹਾਂ ਚ ਬੈਠਿਆ ਜਾਂਦਾ ਹੈ। ਤਾਂ ਇਹ ਠੇਕੇਦਾਰ ਆ, ਇਹਨੇ ਮਤਲਬ ਕਿ ਇਹ ਕਿਹਾ ਹੋਇਆ ਹੈ ਕਿ ਦੇਖੋ ਜੀ, ਜਿਹੜੀ ਕਥਿਤ ਕਹਾਣੀ ਹੈ ਇਹਨਾਂ ਦੇ ਦਾਅਵੇ ਮੁਤਾਬਕ ਕਿਸ ਤਰ੍ਹਾਂ ਹੋਇਆ, ਸਾਰਾ ਟੈਂਡਰ ਇਹਦੇ ਜ਼ਰੀਏ ਚੱਲਿਆ। ਤਾਂ ਇਹਨੇ ਅਦਾਲਤ ਦੇ ਵਿੱਚ ਕਿਹਾ ਕਿ ਦੇਖੋ, ਮੈਂ ਆਸ਼ੂ ਨੂੰ ਸੁਣਿਆ ਤੇ ਹੈਗਾ ਕਿ ਆਸ਼ੂ ਮਿਨਿਸਟਰ ਹੈਗਾ ਆ,
ਪਰ ਆਪਾਂ ਕਦੇ ਇਹਨਾਂ ਨੂੰ ਮਿਲੇ ਨਹੀਂ। ਇਹ ਇੱਕ ਕੂਣੀ ਮੋੜ ਆਇਆ ਇਸ ਮਾਮਲੇ 'ਚ ਕਿ ਜੋੜਿਆ ਜਾ ਰਿਹਾ ਕਿ ਸਾਰਾ ਇੱਕ ਤਰ੍ਹਾਂ ਨਾਲ ਗੱਠ ਜੋੜ ਸੀਗਾ, ਇਹ ਗੰਢ ਸੰਡ ਕਰਕੇ ਸਾਰਾ ਕੁਝ ਕਰ ਰਹੇ ਸਨ। ਪਰੰਤੂ ਤੇਲੂ ਰਾਮ ਕਹਿ ਰਹੇ ਆ ਕਿ ਨਹੀਂ ਨਹੀਂ ਹਜ਼ੂਰ ਆਪਾਂ ਤੇ ਕਦੇ ਮਿਲੇ ਨਹੀਂ ਆ। ਹੁਣ ਇਹ ਸਾਰਾ ਲਿੰਕ ਕਿਵੇਂ ਸਥਾਪਿਤ ਕੀਤਾ ਜਾਂਦਾ, ਇਹ ਵੀ ਇੱਕ ਕਹਾਣੀ ਦਾ ਅਹਿਮ ਪਹਿਲੂ ਹੈ। ਕਿਉਂਕਿ ਦੇਖੋ ਜਦੋਂ ਵੀ ਕੇਸ ਸਟਾਰਟ ਹੁੰਦਾ ਪੁਲਿਸ ਤਾਂ ਬਹੁਤ ਕੁਝ ਕਹਿੰਦੀ ਹੈ, ਫਲਾਣਾ ਅੱਤਵਾਦੀ ਹੈ ਜੀ, ਫਲਾਣਾ ਵੱਖਵਾਦੀ ਹੈ, ਫਲਾਣਾ ਇਹ ਆ, ਫਲਾਣਾ ਇਹ ਆ। ਉਹ ਇੱਕ ਕਹਾਣੀ ਹੈ, ਪੁਲਿਸ ਨੇ ਦਾਅਵਾ ਕਰ ਦਿੱਤਾ, ਪਰ ਉਹਨੂੰ ਸਥਾਪਿਤ ਕਰਨਾ ਸਬੂਤਾਂ ਨੇ ਜੀ। ਜੇ ਸਬੂਤ ਨਾ ਹੋਏ, ਤੁਹਾਡੇ ਸਬੂਤ ਕਮਜ਼ੋਰ ਹੋਏ, ਤਦ ਉਹ ਅਦਾਲਤ ਚੋਂ ਬਰੀ ਹੋ ਜਾਣਗੇ। ਉਹ ਬਰੀ ਹੋ ਜਾਣਗੇ ਤਾਂ ਫਿਰ ਲੋਕ ਤੁਹਾਡੇ ਦੁਆਲੇ ਹੋ ਜਾਣਗੇ ਕਿ ਤੁਸੀਂ ਵੀ ਉਹੀਓ ਕੀਤਾ ਜੋ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰਦੇ ਸੀਗੇ। ਉਹ ਇੱਕ ਵਾਰੀ ਫੜ ਕੇ ਅੰਦਰ ਦੇ ਦਿੱਤਾ, ਦੂਜੀ ਵਾਰੀ ਉਹਨੂੰ ਕਲੀਨ ਚਿੱਟ ਦੇ ਦਿੱਤੀ। ਫਿਰ ਉਹ ਆਇਆ, ਉਹਨੇ ਇੱਕ ਵਾਰੀ ਅੰਦਰ ਦੇ ਦਿੱਤਾ, ਦੂਜੀ ਵਾਰੀ ਜਾਂਦੇ ਕਲੀਨ ਚਿੱਟ ਦੇ ਦਿੱਤੀ। ਕਿ ਇਸ ਤਰ੍ਹਾਂ ਦੀ ਖੇਡ ਤੁਸੀਂ ਵੀ ਸਟਾਰਟ ਕਰ ਦਿੱਤੀ ਆ। ਤਾਂ ਦੂਸਰੇ ਪਾਸੇ ਹੁਣ ਇਹ ਦੇਖਣਾ ਹੋਏਗਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜਿਹੜੀ ਸ਼ਿਕਾਇਤ ਗਈ ਆ, ਦੇਖੋ ਆਪਾਂ ਗਾਣਾ ਸੁਣਦੇ ਹੁੰਦੇ ਸੀ ਨਾ, ਲੋਕ ਗੀਤ ਹੀ ਆ ਵੈਸੇ, ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ ਜੀ। ਤਾਂ ਗੱਲ ਇਹ ਆ ਕਿ ਹੁਣ ਮਸਲਾ ਉਹ ਬਣਨ ਲੱਗਾ ਜੇ। ਕਿਉਂ? ਕਿਉਂਕਿ ਅੱਜ ਬਠਿੰਡੇ ਦੇ ਵਿੱਚ ਇੱਕ ਸ਼ਿਕਾਇਤ ਗਈ ਆ, ਬਹੁਤ ਪੁਰਾਣੇ ਨੇਤਾ ਨੇ, ਅਕਾਲੀ ਦਲ ਦੇ ਇਹਨਾਂ ਦੇ ਸਾਥੀ ਰਹੇ ਨੇ ਕਿਸੇ ਟਾਈਮ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ, ਸਿੰਗਲਾ ਸਾਹਿਬ, ਜਿਹੜੇ ਕਿ ਬਾਅਦ ਚ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਸਨ ਭਾਰਤੀ ਜਨਤਾ ਪਾਰਟੀ ਚ। ਤੇ ਉਹਨਾਂ ਨੇ ਅੱਜ ਸ਼ਿਕਾਇਤ ਦਿੱਤੀ ਆ ਖੁਦ ਜਾ ਕੇ ਪ੍ਰਸ਼ਾਸਨ ਨੂੰ ਕਿ ਦੇਖੋ ਸੇਮ ਉਸੇ ਤਰ੍ਹਾਂ ਦਾ ਜਿਹੜਾ ਇਹ ਟੈਂਡਰ ਘੁਟਾਲਾ ਉੱਥੇ ਲੁਧਿਆਣੇ ਗੂੰਜ ਰਿਹਾ ਹੈ, ਐਸਾ ਹੀ ਬਠਿੰਡੇ ਦੇ ਵਿੱਚ ਹੋ ਗਿਆ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕਥਿਤ ਤੌਰ ਤੇ ਜਿਹੜਾ ਜੈਜੀਤ ਸਿੰਘ ਜੌਹਲ ਹੈ, ਇੱਥੇ ਵੀ ਸਾਲਾ ਆ ਜਾਏਗਾ, ਸਾਲਾ ਜੀ। ਉਹ ਕਹਿੰਦੇ ਹੁੰਦੇ ਨਾ ਕਿ ਸਾਰੀ ਲੋਕਾਈ ਇੱਕ ਤਰਫ ਤੇ ਜੋਰੂ ਕਾ ਭਾਈ ਇੱਕ ਤਰਫ। ਸਾਲਿਆਂ ਦਾ ਰਾਜਨੀਤੀ 'ਚ ਬੜਾ ਤਕੜਾ ਕਰੈਕਟਰ ਰਹਿੰਦਾ ਹਮੇਸ਼ਾ, ਖਾਸ ਤੌਰ ਤੇ ਪੰਜਾਬੀ ਰਾਜਨੀਤੀ ਦੇ ਵਿੱਚ ਤੇ ਬਾਦਲ ਫੈਮਿਲੀ ਦੇ ਵਿੱਚ। ਤਾਂ ਖੈਰ ਇੱਥੇ ਵੀ ਇਹਨਾਂ ਦੇ ਸਾਲਾ ਸਾਹਿਬ ਜਿਹੜੇ ਜੈਜੀਤ ਸਿੰਘ ਜੌਹਲ ਆ, ਉਹਦੇ ਡਰਾਈਵਰ ਬਾਰੇ ਦਾਅਵਾ ਕੀਤਾ ਗਿਆ ਕਿ ਕਥਿਤ ਤੌਰ ਤੇ ਉਹਦਾ ਨਾਂ ਹੈ ਜਗਜੀਤ ਸਿੰਘ ਜੀਤਾ, ਜਿਨ੍ਹਾਂ ਨੇ ਇਹ ਸਾਰਾ ਕਾਂਡ ਕੀਤਾ। ਉਹ ਕਹਿੰਦੇ ਆ ਜੀ ਕਿ ਉਹਦੇ ਨਾਮ ਤੇ ਫਰਮ ਬਣਾ ਕੇ ਫਰਜ਼ੀ ਬਿੱਲ ਦਿੱਤੇ ਗਏ ਨੇ, ਫਰਜ਼ੀ ਬਿੱਲ ਜਿਹੜੇ ਆ ਉਹ ਪੇ ਕੀਤੇ ਗਏ ਆ। ਤਾਂ ਇਹ ਇੱਕ ਨਵੀਂ ਸ਼ਿਕਾਇਤ ਆ ਗਈ ਹੈ, ਨਵੀਂ ਪਸੂੜੀ ਆ। ਹੁਣ ਪੁਰਾਣੇ ਯਾਰਾਨੇ ਨੇ ਜੀ, ਜਿਹੜੇ ਆਪਾਂ ਚੀਫ ਮਿਨਿਸਟਰ ਦੇਖਦੇ ਆ ਅੱਜ ਭਗਵੰਤ ਮਾਨ, ਕਿਸੇ ਸਮੇਂ ਰਾਜਨੀਤੀ ਚ ਲਿਆਏ ਤਾਂ ਇਹੀ ਸੀ ਨਾ, ਉਸਤਾਦ ਤੇ ਪਹਿਲੇ ਇਹੀ ਹੈ ਜੀ ਜੀ। ਦੇਖਣਾ ਹੋਏਗਾ ਕਿ ਕੀ ਹੁਣ ਉਹ ਜਿਹੜੀਆਂ ਹੱਥ ਕੜੀਆਂ ਚਾਈ ਫਿਰਦੇ ਆ, ਕਦੇ ਉਹਦੇ ਗੁੱਟ ਨੂੰ ਠੋਕ ਦਿੱਤੀ, ਕਦੇ ਉਹਦੇ ਗੁੱਟ ਨੂੰ ਠੋਕ ਦਿੱਤੀ, ਕਿ ਹੁਣ ਇੱਧਰ ਵੀ ਥੋੜਾ ਜਿਹਾ ਹੋਣਗੇ। ਵੈਸੇ ਸਵਾਲ ਤੇ ਬੜੇ ਹੋਣ ਡਏ ਨੇ। ਵੀਰ ਦਵਿੰਦਰ ਸਿੰਘ ਕਹਿੰਦੇ ਕਿ ਸਿਸਵਾ ਨੂੰ ਕਦੋਂ ਜਾ ਰਹੇ ਜੀ ਸੀਐਮ ਸਾਹਿਬ, ਮਤਲਬ ਕਿ ਸਿਸਵਾ ਫਾਰਮ ਦੇ ਵਿੱਚ ਕਦੋਂ ਪਹੁੰਚੋਗੇ? ਕਿਉਂਕਿ ਉੱਥੇ ਵੀ ਗੜਬੜੀ ਦਾ ਤਾਂ ਸ਼ੰਕਾ ਹੈਗਾ ਹੀ ਹੈ। ਗੜਬੜੀ ਕੀ, ਉੱਥੇ ਤੇ ਸਾਰਾ ਕੁਝ ਹੀ ਹੈ ਜੀ। ਅਮਰਿੰਦਰ ਸਿੰਘ ਉੱਥੇ, ਤੇ ਅਮਰਿੰਦਰ ਸਿੰਘ ਦੀ ਪਲਟੂਨ ਉਸ ਟਾਈਮ ਚੱਲ ਰਹੀ ਸੀਗੀ, ਇੱਥੇ ਰਾਜ ਕਰ ਰਹੀ ਸੀਗੀ। ਤਾਂ ਖੈਰ ਇਹ ਸਵਾਲ ਹੋ ਰਹੇ ਨੇ, ਪਰ ਕਾਂਗਰਸੀਆਂ ਵਾਸਤੇ ਮੁਸੀਬਤਾਂ ਘਟ ਨਹੀਂ ਰਹੀਆਂ। ਧਰਮਸੋਤ ਨੂੰ ਰਾਹਤ ਹਾਈ ਕੋਰਟ ਤੋਂ ਨਹੀਂ ਮਿਲੀ, ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਨੂੰ ਅਜੇ ਰਾਹਤ ਨਹੀਂ ਮਿਲੀ, ਫੈਸਲੇ ਰਾਖਵੇਂ ਰੱਖੇ ਗਿਆ। ਹਾਲ ਦੀ ਘੜੀ ਕੁਝ ਵੀ ਅੱਛਾ ਨਹੀਂ ਹੋ ਰਿਹਾ, ਸਗੋਂ ਪੁਰਾਣਿਆਂ ਦਾ ਤਾਂ ਨਿਬੜਨਾ ਕੀ ਸੀ। ਉਹ ਨਾ ਪੰਜਾਬੀ ਚ ਇੱਕ ਕਹਾਵਤ ਆ, ਉਂਗਲ ਵੱਡੀ ਚੀਚੀ ਵੱਡੀ ਸਾਡੇ ਸਾਥੀ ਹੋਰ ਰਲੇ। ਮਤਲਬ ਕਿ ਕਦੇ ਉਂਗਲ ਵੱਢ ਕੇ ਕਦੇ ਚੀਚੀ ਵੱਢ ਕੇ ਸਾਥੀ ਜਿਆਦੇ ਬਣ ਗਏ। ਇਹ ਭੜੇ ਭੜੇ ਬੰਦਿਆਂ ਦੇ, ਐਬੀ ਬੰਦਿਆਂ ਦੇ ਸਾਥ ਨੂੰ ਲੈਣੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਥੀ ਹੋਰ ਰਲ ਰਹੇ ਨੇ, ਪਰ ਜਿਹੜੀ ਉਹ ਸਾੜ ਸਤੀ ਚੱਲ ਰਹੀ ਹੈ, ਉਹ ਸਾੜ ਸਤੀ ਹਾਲੇ ਅਮੁੱਕੀ ਨਜ਼ਰ ਆਉਂਦੀ, ਉਹ ਮੁੱਕ ਨਹੀਂ ਰਹੀ ਜੀ। ਮਿੰਟੂ ਜੀ, ਇੱਕ ਜਿਹੜਾ ਕੇਰਲਾ ਦੇ ਵਿੱਚ 골ਡ ਸਕੈਂਡਲ ਹੋਇਆ ਸੀ, ਉਹਦੇ ਮਾਸਟਰਮਾਈਂਡ ਦੀ ਡਿਗਰੀ ਦੀ ਤਾਰਾਂ ਹੁਣ ਪੰਜਾਬ ਨਾਲ ਜੁੜ ਰਹੀਆਂ ਨੇ। ਇਹ ਉਹੀ 골ਡ ਸਕੈਂਡਲ ਹੈ ਜਿਹੜਾ ਮੈਂ ਕਿਹਾ 2 ਸਾਲ ਪਹਿਲਾਂ ਸਾਹਮਣੇ ਆਇਆ ਸੀ, ਤਿਰੂਵਨੰਤਪੁਰਮ ਦੇ ਹਵਾਈ ਅੱਡੇ ਤੋਂ 15 ਕਰੋੜ ਖਰੇ ਕਿੰਨੇ ਦਾ ਸੋਨਾ ਜ਼ਬਤ ਕੀਤਾ ਗਿਆ ਸੀ। ਜੀ ਜੀ, ਬਿਲਕੁਲ ਬਿਲकुल ਵਿਜੇ ਜੀ, ਬਿਲਕੁਲ ਬਾ ਕਮਾਲ ਤੁਹਾਡੀ ਜਾਣਕਾਰੀ ਹੈ। ਇਹ ਉਹੀ ਹੈ, ਔਰ ਇੰਡੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਉਸ ਟਾਈਮ ਬੜੀ ਚਰਚਾ ਹੋਈ ਸੀਗੀ ਇਹਦੀ, ਇੰਡੀਆ ਕੀ ਬਾਹਰਲੇ ਮੁਲਕਾਂ 'ਚ। ਤਾਂ ਥੋੜਾ ਜਿਹਾ ਪਿਛੋਕੜ ਆਪਾਂ ਦੱਸ ਦਿੰਦੇ ਆ ਸਾਡੇ ਸਰੋਤਿਆਂ ਨੂੰ ਵੀ ਕਿ ਦਰਅਸਲ ਇਹ ਜਦੋਂ ਬਰਾਮਦਗੀ ਹੋਈ ਸੀ, ਉਹ ਕੀਤੀ ਸੀ ਆ ਜਿਹੜੇ ਹੁੰਦੇ ਤੁਹਾਡੇ ਕਸਟਮ ਵਾਲੇ, ਇਹਨਾਂ ਨੇ। ਇਹ ਸੋਨਾ ਸੀ ਮੇਰੇ ਖਿਆਲ ਦੇ ਨਾਲ 15 ਕਰੋੜ ਦਾ, ਐਗਜ਼ੈਕਟ, ਬਿਲਕੁਲ ਤੁਸੀਂ ਸਹੀ ਕਿਹਾ। ਤਾਂ ਹੋਇਆ ਕੀ ਸੀਗਾ ਕਿ ਜਿਹੜੇ ਡਿਪਲੋਮੈਟ ਹੁੰਦੇ ਨੇ, ਉਹਨਾਂ ਦਾ ਇਹ ਸਮਾਨ ਆ ਰਿਹਾ ਸੀਗਾ। ਤੁਸੀਂ ਦੇਖੋ ਕਿੰਨੀ ਵੱਡੀ ਇਹ ਕਹਾਣੀ ਸੀਗੀ ਕਿ ਜਿਹੜੇ ਡਿਪਲੋਮੈਟ ਹੁੰਦੇ ਆ, ਉਹਨਾਂ ਦਾ ਜਿਹੜਾ ਸਮਾਨ ਆਉਂਦਾ, ਤੁਹਾਨੂੰ ਪਤਾ ਉਹਦੀ ਕੋਈ ਚੈਕਿੰਗ ਵੈਕਿੰਗ ਇੰਨੀ ਜ਼ਿਆਦਾ ਨਹੀਂ ਹੁੰਦੀ। ਤਾਂ ਉਹਦੇ ਵਿੱਚੋਂ ਇਹ ਨਿਕਲਿਆ ਸੀਗਾ ਜਿਹੜਾ ਆ ਰਿਹਾ ਸੀਗਾ ਮੇਰੇ ਖਿਆਲ ਦੇ ਨਾਲ ਦੁਬਈ ਤੋਂ, ਜੇ ਮੈਂ ਗਲਤ ਨਹੀਂ ਹਾਂ, ਜਿੰਨਾ ਕੁ ਮੈਨੂੰ ਯਾਦ ਆ।
ਉਹ ਦੁਬਈ ਤੋਂ ਆਇਆ ਸੀਗਾ। ਤੇ ਇਹ ਇੱਕ ਬੀਬੀ ਹੈ ਇਸ ਮਾਮਲੇ ਦੇ ਵਿੱਚ ਸਾਰੀ। ਚਲੋ ਹੁਣ ਇਹ ਅੱਜ ਦੀ ਕਹਾਣੀ ਆਪਾਂ ਸਟਾਰਟ ਕਰ ਲੈਨੇ, ਇਹ ਹੋ ਗਈ ਪੁਰਾਣੀ ਕਹਾਣੀ ਜੀ। ਤੇ ਉਸ ਟਾਈਮ ਇਹ ਜਿਹੜਾ ਮਾਮਲਾ ਸੀ ਹਾਈ ਪ੍ਰੋਫਾਈਲ ਇਸ ਕਰਕੇ ਹੋ ਗਿਆ ਕਿਉਂਕਿ ਇਹਦੇ ਵਿੱਚ ਇੱਕ ਨਾਂ ਆਇਆ ਸਪਨਾ ਸੁਰੇਸ਼ ਦਾ। ਇਹ ਜਿਹੜੀ ਬੀਬੀ ਸੀ ਸਪਨਾ ਸੁਰੇਸ਼, ਅਸਲ ਦੇ ਵਿੱਚ ਇਹ ਆਬੂ ਧਾਬੀ ਦੇ ਵਿੱਚ ਬੋਰਨ ਸੀਗੀ, ਉੱਥੋਂ ਦੀ ਬੋਰਨ ਸੀਗੀ। ਇਹ ਬਾਅਦ ਦੇ ਵਿੱਚ 2011 ਚ ਇੱਥੇ ਆਈ। ਇਹਨੇ ਇੱਕ ਟਰੈਵਲ ਏਜੰਸੀ ਦਾ ਕੰਮ ਸਟਾਰਟ ਕਰ ਲਿਆ ਤੇ ਉਹਦੇ ਨਾਲ ਇਹਦੀ ਵਾਕਫੀਅਤ ਹੋ ਗਈ। ਵਿਜੇ ਜੀ ਫੇਰ ਇਹਦੀਆਂ ਪਹੁੰਚ ਦੀਆਂ ਜਿਹੜੀਆਂ ਹੱਦਾਂ ਸੀ ਉਹ ਤੇ ਫਿਰ ਬਹੁਤ ਗਾਂਹ ਤੱਕ ਗਈਆਂ, ਇੱਥੋਂ ਤੱਕ ਕਿ ਫਰਾਡਬਾਜ਼ੀ ਵੀ ਕਰ ਗਈ ਜਿੱਦਾਂ ਅੱਜ ਕੱਲ ਤੁਹਾਨੂੰ ਪਤਾ ਚੱਲਦਾ ਹੈ। ਪਰ ਬਾਅਦ ਦੇ ਵਿੱਚ ਉਹ ਫੇਰ ਵਾਪਸ ਚਲੇ ਗਈ, ਕੁਝ ਸਮੇਂ ਬਾਅਦ ਉਹ ਫੇਰ ਵਾਪਸ ਇੰਡੀਆ ਆ ਜਾਂਦੀ। ਹੁਣ ਜਿੰਨੀ ਕੋਈ ਜਾਣਕਾਰੀ ਉਹਦੇ ਬਾਰੇ ਮਿਲਦੀ ਹੈ, ਜਿੰਨੀ ਕੁ ਮੌਜੂਦ ਆ ਕਿ ਇਹਦੇ ਇੰਨੇ ਲਿੰਕ ਬਣੇ, ਹਿਸਾਬ ਲਾ ਲਓ ਕਿ ਇਹ ਮੇਰੇ ਖਿਆਲ ਦੇ ਨਾਲ ਇੱਕ 에ਅਰਲਾਈਨਸ ਦੇ ਵਿੱਚ ਵੀ ਜੌਬ ਕਰ ਗਈ। ਤਾਂ ਹੁਣ ਗਾਂਵ ਹੈਰਾਨ ਕਰਨ ਵਾਲਾ ਖੁਲਾਸਾ ਕਿ ਇਹ ਮਾਮਲਾ ਜਿਹੜਾ ਇੱਥੇ ਹੀ ਨਹੀਂ ਖਲੋਤਾ, ਹੌਲੀ ਹੌਲੀ ਉਹਦੀ ਪਹੁੰਚ ਜਿਹੜੀ ਇਸ ਤਰ੍ਹਾਂ ਬਣ ਗਈ, ਜਿਵੇਂ ਆਪਾਂ ਗੱਲ ਕੀਤੀ ਆ ਕਿ ਉਹ ਸੋਨਾ ਫਿਰ ਬਾਹਰੋਂ ਇਸੇ ਤਰ੍ਹਾਂ ਹੀ ਆਇਆ, ਸੈਟਿੰਗ ਹੋ ਗਈ ਜੀ, ਕਿਉਂਕਿ ਹਾਈ ਪ੍ਰੋਫਾਈਲ ਬੰਦਿਆਂ ਨਾਲ ਆਉਣਾ ਜਾਣਾ ਹੋ ਗਿਆ। ਹੁਣ ਜਿਹੜੀ ਇਹ ਡਿਗਰੀ ਵਾਲੀ ਕਹਾਣੀ, ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਵੇਖੋ ਪਹੁੰਚ ਕਿੱਦਾਂ ਬਣ ਜਾਂਦੀ ਆ ਕਿ ਫਰਾਡਬਾਜ਼ੀ ਜਾਂ ਇਹ ਜੋ ਕਰਦੀ ਸੀ ਕਿ ਬੀਬੀ, ਉਹ ਤਾਂ ਸਾਰਾ ਪਾਸੇ ਰਹਿ ਗਿਆ। ਅਸਲ 'ਚ ਕੀ ਹੈ ਕਿ ਇਹ ਸੂਚਨਾ ਟੈਕਨੋਲੋਜੀ ਦੀ ਉੱਥੋਂ ਦੀ ਸੈਕਟਰੀ ਬਣ ਗਈ ਸਟੇਟ ਦੀ ਜੀ। ਕਮਾਲ ਦੀ ਗੱਲ ਹੈ। ਤੇ ਉਹ ਜਿਹੜੀ ਸਾਰੀ ਨਿਯੁਕਤੀ ਹੋਈ ਸੀ ਉਹ ਹੋਈ ਸੀ ਚੀਫ ਮਿਨਿਸਟਰ ਦੇ ਦਫ਼ਤਰ 'ਚ, ਤਾਂ ਹੀ ਉਸ ਟਾਈਮ ਦਾ ਚੀਫ ਮਿਨਿਸਟਰ ਵੀ ਘਿਰ ਗਿਆ ਸੀਗਾ ਕਿ ਲਿੰਕਡ ਹੈ। ਤੇ ਬਾਅਦ ਦੇ ਵਿੱਚ ਜਦੋਂ ਕੁਝ ਮਹੀਨਿਆਂ ਬਾਅਦ ਇਹ ਰਿਹਾ ਹੋਈ ਸੀਗੀ ਜੇਲ੍ਹ ਦੇ ਵਿੱਚੋਂ ਬੀਬੀ, ਤਾਂ ਇਹਨੇ ਦੋਸ਼ ਵੀ ਲਾਏ ਸਨ ਕਥਿਤ ਤੌਰ ਤੇ ਕਈ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਮੈਂ ਉਸ ਸਮੇਂ ਦੇ ਜਿਹੜੇ ਹੈਗੇ ਸੀ ਚੀਫ ਮਿਨਿਸਟਰ ਵਿਜੈਨ ਕਿ ਉਹਦਾ ਨਾਮ ਨਾ ਲਵਾਂ, ਮਤਲਬ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ। ਸੋ ਇਹ ਕਹਾਣੀ ਦਾ ਸਾਰਾ ਪਿਛੋਕੜ ਹੈ। ਹੁਣ ਉਸੇ ਬੀਬੀ ਦੀ ਡਿਗਰੀ ਦਾ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਕਿ ਦਰਅਸਲ ਉਹਨੇ ਤੇ ਸਕੂਲਿੰਗ ਵੀ ਚੱਜ ਨਾਲ ਨਹੀਂ ਕੀਤੀ ਹੋਈ ਤੇ ਜਿਹੜੀ ਉਹਦੀ ਡਿਗਰੀ ਹੈ ਉਹ ਅੰਮ੍ਰਿਤਸਰ ਦੇ ਵਿੱਚੋਂ ਬਣੀ ਹੈ ਜੀ। ਇਹ ਬਹੁਤ ਵੱਡਾ ਖੁਲਾਸਾ ਹੈ ਕਿ ਜਿਹੜਾ ਕੰਟੋਨਮੈਂਟ ਦਾ ਏਰੀਆ ਹੈ ਉਹਦੇ ਵਿੱਚੋਂ ਕੋਈ ਇਹਨਾਂ ਨੇ ਗ੍ਰਿਫਤਾਰੀ ਕੀਤੀ ਹੈ ਜਿਹਦਾ ਨਾਮ ਹੈ ਸਚਿਨ ਦਾਸ। ਹੁਣ ਪਤਾ ਨਹੀਂ ਮੂਲ ਤੌਰ ਤੇ ਪੰਜਾਬੀ ਹੈ ਜਾਂ ਬਾਹਰੋਂ ਆ ਕੇ ਇੱਥੇ ਰਹਿਣਾ ਉਹਨੇ ਸ਼ੁਰੂ ਕੀਤਾ ਵਾ। ਤਾਂ ਇਹ ਦੱਸਦੇ ਆ ਕਿ ਤਾਰ ਜੁੜਦੇ ਆ ਇੱਥੇ, ਕਿਉਂਕਿ ਜਦੋਂ ਇਹਨਾਂ ਨੇ ਸਾਰੀਆਂ ਚੀਜ਼ਾਂ ਹੁਣ ਖੰਗਾਲੀਆਂ ਹੋਣਗੀਆਂ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹਦੇ ਕੋਲ ਬਾਬਾ ਸਾਹਿਬ ਅੰਬੇਦਕਰ ਓਪਨ ਯੂਨੀਵਰਸਿਟੀ ਦੀ ਡਿਗਰੀ ਸੀਗੀ ਜਿਹੜੀ ਕਿ ਫਰਜ਼ੀ ਪਾਈ ਗਈ ਆ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਇਹ ਕਮਾਲ ਦੀ ਗੱਲ ਹੈ ਕਿ ਉਹਨੇ 에ਅਰਲਾਈਨਸ ਦੇ ਵਿੱਚ ਜੌਬ ਹਾਸਲ ਕਰ ਲਈ ਤੇ ਉਹ CMO ਤੱਕ ਪਹੁੰਚ ਜਾਂਦੀ ਹੈ ਤੇ ਡਿਗਰੀ ਕੋਈ ਚੈੱਕ ਹੀ ਨਹੀਂ ਕਰਦਾ। ਇਹ ਤਾਂ ਕਮਾਲ ਦੀ ਗੱਲ ਹੈ। ਵੈਸੇ ਪੰਜਾਬੀ ਤਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚੋਂ ਤਾਂ ਇਨੋਵੇਸ਼ਨ ਦੇ ਐਸੇ ਮਿਸਾਲ ਨਿਕਲਦੇ ਆ। ਮੋਦੀ ਸਾਹਿਬ ਅਜੇ ਕਹਿ ਕੇ ਹਟਿਆ ਸੀ, ਕਹਿੰਦਾ ਵੀ ਆਪਾਂ ਨਾ ਨਕਲੀ ਨੋਟ ਖਤਮ ਕਰ ਦੇਣੇ, ਝੰਜਟ ਹੀ ਨਿਬੇੜ ਦੇਣਾ, ਨੋਟਬੰਦੀ ਲੈ ਆਂਦੀ। ਤਾਂ ਸਭ ਤੋਂ ਪਹਿਲਾਂ ਜਿਹੜਾ ਨਕਲੀ ਨੋਟ ਬਣਿਆ ਸੀ ਉਹ ਪੰਜਾਬ 'ਚ ਇੱਕ ਭੈਣ ਭਰਾ ਨੇ ਬਣਾਤਾ, ਰਾਈਟ, IT ਦੇ ਸੀਗੇ ਉਹ, ਯੈਸ, ਮੁਹਾਲੀ 'ਚ ਪਤਾ ਕਿੱਥੇ, ਜੀ ਹਾਂਜੀ ਮੁਹਾਲੀ ਦੇ ਵਿੱਚ ਸਭ ਤੋਂ ਪਹਿਲੀ ਖਬਰ। ਉਹ ਤਾਂ ਜੀਪਾਂ ਜੂਪਾਂ ਵੀ ਕਢਾਉਂਦੇ ਫਿਰਨ, ਕਰੈਕਟ ਯਾਰ, ਉਹਨਾਂ ਨੇ ਨੋਟਾਂ ਨਾਲ ਝੋਲੇ ਭਰੇ। ਸੋ ਗੱਲ ਇਹ ਹੈ ਕਿ ਪੰਜਾਬੀ ਇਸ ਤਰ੍ਹਾਂ ਦੇ ਜੁਗਾੜ ਕਰ ਲੈਂਦੇ। ਤੁਹਾਨੂੰ ਪਤਾ ਇੱਥੇ ਹਰਿਆਣੇ ਦੇ ਵਿੱਚ ਇੱਕ ਵਾਰੀ ਕੁਆਲੀਫਿਕੇਸ਼ਨ ਰੱਖ ਦਿੱਤੀ ਸੀ ਸ਼ਾਇਦ ਪੰਚਾਇਤੀ ਚੋਣਾਂ 'ਚ, ਤੇ ਇੱਕ ਬਠਿੰਡੇ ਦਾ ਸਕੂਲ ਸੀ, ਉਹਨੇ ਅੱਧਾ ਹਰਿਆਣਾ ਉੱਥੋਂ ਹੀ 8ਵੀਂ ਪਾਸ ਕਰਤਾ ਰਾਤੋਂ ਰਾਤ। ਬਲਕਿ ਤੇ ਚੱਲਦੇ ਆ ਸਾਰੇ। ਸੋ ਖੈਰ ਹੁਣ ਦੇਖਣਾ ਹੋਏਗਾ ਕਿ ਕੀ ਆਈਲੈਸ ਵਾਲਾ ਜਿੱਦਾਂ ਆਪਾਂ ਇੱਥੇ ਦੇਖਿਆ ਕਿ ਫਰਜ਼ੀ ਉਹ ਵੀ ਚੱਲੀ ਜਾਂਦਾ, ਇਹ ਚੱਲੀ ਜਾਂਦਾ ਡਿਗਰੀਆਂ ਵਾਲਾ, ਕਿ ਕੀ ਇਹ ਕੋਈ ਸੰਗਠਨ ਹੀ ਇੱਕ ਤਰ੍ਹਾਂ ਦਾ ਸੰਗਠਿਤ ਹੋ ਕੇ ਕੰਮ ਕਰ ਰਿਹਾ ਸੀਗਾ, ਕੋਈ ਗਰੁੱਪ ਕੰਮ ਕਰ ਰਿਹਾ ਸੀ, ਕੋਈ ਨੈਕਸਸ ਕੰਮ ਕਰ ਰਿਹਾ ਸੀ, ਜਾਂ ਆਪਣੇ ਪੱਧਰ ਤੇ ਕੋਈ ਏਦਾਂ ਦੀ ਕੋਈ ਡਿਗਰੀ ਛਾਪੀ ਜਾ ਰਿਹਾ ਸੀ ਜਿਹੜੀ ਗਾਂ ਫਿਰ ਤੁਸੀਂ ਦੇਖ ਲਓ ਕਿ ਬੰਦੇ ਨੂੰ ਕਿੱਥੋਂ ਤੱਕ ਪਹੁੰਚਾ ਦਿੰਦੀ ਹੈ। ਬਿਲਕੁਲ। ਮਿੰਟੂ ਜੀ ਇਹ ਦੱਸਿਓ, ਜਿਹੜੇ ਚੈਂਪੀਅਨ ਦੁਖੜੇ ਰੋਣ ਆਏ ਕਹਿੰਦੇ ਆਪਣਾ ਵਾਅਦਾ ਵਫਾ ਕਰੋ, ਸਰਕਾਰ ਨੂੰ ਇਹ ਗੱਲ ਆਖ ਰਹੇ ਨੇ ਜੀ, ਇਹ ਕਿਹੜੇ ਵਾਲੇ ਚੈਂਪੀਅਨ ਨੇ? ਕਿਉਂਕਿ ਬਥੇਰੇ ਅਜਿਹੇ ਨੇ ਜਿਨ੍ਹਾਂ ਨਾਲ ਵਾਅਦੇ ਮੈਡਲ ਵਗੈਰਾ ਜਿੱਤਣ ਮਗਰੋਂ ਬੜੇ ਵੱਡੇ ਹੋ ਜਾਂਦੇ ਨੇ, ਫਿਰ ਉਹ ਵਾਅਦੇ ਕਦੇ ਪੂਰੇ ਨਹੀਂ ਕੀਤੇ ਜਾਂਦੇ। ਇਹ ਕਿਹੜਾ ਗਰੁੱਪ ਹੈ ਜੀ ਚੈਂਪੀਅਨਸ ਵਾਲਾ? ਦਰੁਸਤ ਕਿਹਾ ਤੁਸੀਂ ਕਿ ਇੱਥੇ ਚੈਂਪੀਅਨ ਕੋਈ ਇੱਕ ਥੋੜੀ ਨਾ ਰੋਂਦਾ ਫਿਰਦਾ। ਮੈਨੂੰ ਯਾਦ ਹੈ ਕਿ ਇੱਕ ਵਾਰੀ ਜਿਹੜੇ ਕਬੱਡੀ ਦੇ ਪਲੇਅਰ ਸਨ ਨਾ, ਜਿਹੜੇ ਵਰਲਡ ਕੱਪ ਜੇਤੂ ਸੀਗੇ ਜੀ, ਉਹਨਾਂ ਦਾ ਨਾਮ ਹੀ ਨਾ ਮਿਲਿਆ ਉਹਨਾਂ ਨੂੰ, ਤੇ ਉਹ ਹਾਰ ਕੇ ਹਾਈ ਕੋਰਟ 'ਚ ਗਏ ਸਨ ਕਿ ਰੱਬ ਦਾ ਵਾਸਤਾ ਸਾਨੂੰ ਸਰਕਾਰ ਤੋਂ ਸਾਡਾ ਇਨਾਮ ਤੇ ਦਵਾ ਦਿਓ, ਵਰਲਡ ਕੱਪ ਦੇ ਜੇਤੂ ਜੀ। ਤੇ ਉਹ ਤਸਵੀਰ ਵੀ ਕੌਣ ਭੁੱਲਿਆ ਹੋਏਗਾ ਕਿ ਜਦੋਂ ਪਹਿਲਾ ਵਰਲਡ ਕੱਪ ਕੁੜੀਆਂ ਨੇ ਜਿੱਤਿਆ ਤੇ ਉਹਨਾਂ ਨੂੰ ਘਰੇ ਛੱਡਣ ਵਾਸਤੇ ਕੋਈ ਸਵਾਰੀ ਨਹੀਂ ਸੀ, ਰਾਤ ਨੂੰ ਉਹ ਆਟੋ ਕਰਾ ਕੇ ਜਾ ਰਹੀਆਂ ਸੀਗੀਆਂ। ਤਾਂ ਚੈਂਪੀਅਨਸ ਦੀ ਵਾਕਿਆ ਇੱਥੇ ਬੇਕਦਰ ਹੁੰਦੀ ਹੈ। ਤੇ ਇਹ ਚੈਂਪੀਅਨਸ ਉਹ ਨੇ ਵਿਜੇ ਜੀ ਜਿਨ੍ਹਾਂ ਤੇ ਆਪਾਂ ਨਾਜ਼ ਕੀਤਾ ਹੈ ਪਿਛਲੇ ਸਾਲ, ਸਾਰੇ ਇੰਡੀਅਨਸ ਨੇ, ਹਰੇਕ ਇੰਡੀਅਨਸ ਨੇ,
ਔਰ ਖਾਸ ਤੌਰ ਤੇ ਪੰਜਾਬੀਆਂ ਨੇ, ਕਿਉਂਕਿ ਹਾਕੀ ਪਲੇਅਰ ਰਾਈਟ ਜਿਨ੍ਹਾਂ ਨੇ 4 ਦਹਾਕਿਆਂ ਬਾਅਦ, ਤਕਰੀਬਨ 4 ਦਹਾਕਿਆਂ ਬਾਅਦ ਪੋਡੀਅਮ ਦਿਖਾਇਆ ਸੀਗਾ ਹਾਕੀ ਨੂੰ ਓਲੰਪਿਕ ਦੇ ਵਿੱਚ। ਤਾਂ ਇਹ ਜਿਹੜੇ ਚੈਂਪੀਅਨ ਸੀਗੇ ਅੱਜ ਕਹਿ ਲਓ ਕਿ ਬਹੁਤ ਮਾਯੂਸ ਦਿਖੇ, ਨਹੀਂ ਤਾਂ ਦੇਖੋ ਜੁਝਾਰੂ ਹੁੰਦੇ ਨੇ। ਤਾਂ ਜਦੋਂ ਕੁਝ ਤੁਹਾਨੂੰ ਪਤਾ ਹੈ ਸਮਾਜਿਕ ਤੌਰ ਤੇ ਝੋਰੇ ਲੱਗਦੇ ਆ ਨਾ ਬੰਦੇ ਨੂੰ, ਫਿਰ ਜਿੰਨੇ ਮਰਜ਼ੀ ਤੁਸੀਂ ਬਹਾਦਰ ਹੋਵੋ, ਜਿੰਨੇ ਮਰਜ਼ੀ ਤੁਸੀਂ ਮਜ਼ਬੂਤ ਹੋਵੋ, ਕਈ ਵਾਰ ਉਹ ਫਿਕਰਮੰਦੀ ਤੁਹਾਡੇ ਚਿਹਰੇ ਤੇ ਆ ਜਾਂਦੀ ਕਿ ਕੱਲ ਨੂੰ ਸਾਡਾ ਬਣੇਗਾ ਕੀ। ਦਰਅਸਲ ਜਿਹੜੇ ਮੁੰਡੇ ਉਹ ਖੇਡੇ ਸਨ ਉਸ ਟੀਮ ਦੇ ਵਿੱਚ, ਆਪਣੇ ਤਕਰੀਬਨ 10-11 ਮੁੰਡੇ ਸਨ ਜੀ। ਮਾਣ ਵਾਲੀ ਗੱਲ ਆ, ਮਾਣ ਵਾਲੀ ਗੱਲ ਆ। ਵੈਸੇ ਆਪਾਂ ਕਹਿ ਦਿੰਦੇ ਡਰੱਗ ਨੇ ਖਤਮ ਕਰ ਦਿੱਤਾ ਸਾਰਾ, ਕੁਝ ਨਹੀਂ ਅਜਿਹਾ ਨਹੀਂ ਹੈ। ਠੀਕ ਹੈ, ਡਰੱਗ ਇੱਕ ਹਿੱਸੇ ਤੇ ਮਾਰ ਵੀ ਕਰ ਰਿਹਾ, ਪਰ ਇੱਕ ਹਿੱਸੇ ਚੋਂ ਇਹੋ ਜਿਹੇ ਚੈਂਪੀਅਨ ਵੀ ਪੈਦਾ ਹੋ ਰਹੇ ਨੇ ਪੰਜਾਬ ਚੋਂ। ਅੱਛਾ, ਹੋਇਆ ਕਿ ਉਹਨਾਂ ਨੂੰ ਇਹਨਾਂ ਨੇ ਆਫਰ ਕੀਤਾ ਸੀਗਾ ਕਿ ਤੁਹਾਨੂੰ ਇੱਥੇ ਪੰਜਾਬ 'ਚ ਜੌਬ ਦੇ ਦਿੰਦੇ ਆ। ਜਦੋਂ ਤੁਹਾਨੂੰ ਯਾਦ ਹੋਣਾ ਨਾ ਕਿ ਆਡਾ ਦੇਗਚਾ ਜਿਹਾ ਚਾੜ ਦਿੱਤਾ ਸੀ ਅਮਰਿੰਦਰ ਸਿੰਘ ਨੇ ਕਿ ਆਓ ਜੋ ਤੁਹਾਡੇ ਲਈ ਮੈਂ ਅੱਜ ਮੀਟ ਬਣਾਉਣਾ। ਪਤਾ ਨਹੀਂ ਕੀ ਉਹ ਕਾਹਦਾ ਮੀਟ ਬਣਾਇਆ ਸੀ ਉਹਨੇ, ਹੁਣ ਪਤਾ ਨਹੀਂ ਭੇਡੂ ਕੀ ਬੱਕਰਾ ਉਹ ਅਜੇ ਵੀ ਫੋਟੋ ਵਾਇਰਲ ਹੁੰਦੀ ਆ। ਅੱਛਾ, ਉਸ ਤੋਂ ਬਾਅਦ ਹੋਇਆ ਕਿ ਇਹਨਾਂ ਨੇ ਆਫਰ ਲੈਟਰ ਤਾਂ ਦੇ ਦਿੱਤੇ, ਆਫਰ ਲੈਟਰ ਤਾਂ ਦੇ ਦਿੱਤੇ, ਪਰ ਅੱਜ ਤੱਕ ਜੁਆਇਨਿੰਗ ਨਹੀਂ ਕਰਵਾਈ ਗਈ। ਉਹ ਸਾਰੇ ਹੁਣ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਆਪਣਾ ਕੈਪਟਨ ਹੈ ਨਾ ਇੰਡੀਆ ਦਾ, ਮਨਪ੍ਰੀਤ ਸਿੰਘ, ਉਹ ਤੇ ਡੀਐਸਪੀ ਆਲਰੇਡੀ, ਉਹ ਤਾਂ ਪੰਜਾਬ 'ਚ ਜੌਬ ਕਰ ਰਿਹਾ। ਇਹ ਜ਼ਿਆਦਾ ਨੇ, ਜਿੱਦਾਂ ਤੁਸੀਂ ਹਰਮਨਪ੍ਰੀਤ ਨੂੰ ਦੇਖੋਗੇ, ਹਾਰਦਿਕ ਨੂੰ ਦੇਖੋਗੇ, ਜਾਂ ਦਿਲਪ੍ਰੀਤ ਨੂੰ ਦੇਖੋਗੇ, ਵਰੁਣ ਆ ਮੁੰਡਾ, ਇਹ ਸਾਰੇ ਜਿਹੜੇ ਆ ਵੱਖ-ਵੱਖ ਅਦਾਰਿਆਂ 'ਚ, ਜਿਹੜੇ ਕਿ ਕੋਈ ਭਾਰਤ ਪੈਟਰੋਲੀਅਮ ਹੈ, ਕੋਈ ਐਰਾ ਵਗੈਰਾ, ਜੇ ਉਹਨਾਂ 'ਚ ਜੌਬ ਕਰਦੇ ਪੰਜਾਬ ਤੋਂ ਬਾਹਰ। ਇਹਨਾਂ ਦਾ ਸੁਪਨਾ ਇਹ ਆ ਵੀ ਚਲੋ ਹੁਣ ਸਾਰੀ ਜ਼ਿੰਦਗੀ ਥੋੜਾ ਖੇਡੀ ਜਾਵਾਂਗੇ, ਕੱਲ ਨੂੰ ਇਥੋਂ ਜਦੋਂ ਰਿਟਾਇਰਮੈਂਟ ਹੋਏਗੀ ਤਾਂ ਆਪਣਾ ਫਿਊਚਰ ਜਿਹੜਾ ਸਿਕਿਉਰ ਕਰਕੇ ਬਹਿ ਜਾਵਾਂਗੇ, ਅਸੀਂ ਸੁਰੱਖਿਅਤ ਕਰਕੇ ਬਹਿ ਜਾਵਾਂਗੇ ਜੀ, ਸਿਕਿਉਰ ਕਰਕੇ ਅਸੀਂ ਆਪਣੀ ਜ਼ਿੰਦਗੀ ਜਿਹੜੀ ਵਧੀਆ ਜੀਵਾਂਗੇ। ਹੁਣ ਕੀ ਹੋ ਰਿਹਾ ਹੈ, ਕਹਿੰਦੇ ਕਿ ਸਾਡਾ 1 ਸਾਲ ਏਦਾਂ ਹੀ ਬਰਬਾਦ ਹੋ ਗਿਆ, ਤੇ ਜਿਹੜੀ ਪਾਲਿਸੀ ਹੈ, ਪਾਲਿਸੀ ਦੇ ਮੁਤਾਬਕ ਤੇ ਅਸੀਂ 5 ਸਾਲ ਤੱਕ ਹੀ ਇਹਦੇ ਲਈ ਯੋਗਤਾ ਰੱਖਦੇ ਆ, ਫਿਰ ਉਸ ਤੋਂ ਬਾਅਦ ਸਾਡੀ ਯੋਗਤਾ ਖਤਮ ਹੋ ਜਾਏਗੀ। ਤੇ ਫਰਜ਼ ਕਰੋ ਤੁਸੀਂ ਕੱਲ ਨੂੰ ਕੋਈ ਡਿਗਰੀ ਦਾ ਅੜੰਗਾ ਪਾ ਦਿੰਦੇ ਹੋ ਕਿ ਆਹ ਡਿਗਰੀ ਦੁਬਾਰਾ ਕਰੋ ਜੀ, ਤੇ ਉਹ ਗੱਲ ਤੁਸੀਂ ਦੂਜੇ ਸਾਲ ਸਾਨੂੰ ਤੀਜੇ ਸਾਲ ਕਹਿੰਦੇ ਹੋ, ਤੇ ਸਾਡਾ ਤਾਂ 5 ਸਾਲਾਂ ਵਾਲਾ ਜਿਹੜਾ ਸਮਾਂ ਹੱਦ ਦਾ ਤੁਸੀਂ ਪ੍ਰੋਟੋਕਾਲ ਦਿੱਤਾ ਉਹ ਤਾਂ ਖਤਮ ਹੋ ਜਾਏਗਾ, ਫਿਰ ਅਸੀਂ ਕੀ ਕਰਾਂਗੇ ਜੀ। ਸੋ ਇਹਨਾਂ ਦੀ ਚਿੰਤਾ ਮੁੰਡਿਆਂ ਦੀ ਜਾਇਜ਼ ਆ, ਕਿਉਂਕਿ ਕੁਝ ਇਹਨਾਂ ਨੇ ਰੱਖਣੇ ਸਨ ਪੀਪੀਐਸ, ਕੁਝ ਰੱਖਣੇ ਸਨ ਪੀਸੀਐਸ ਜੀ। ਤਾਂ ਕਹਿੰਦੇ ਆ ਕਿ ਪ੍ਰੋਸੀਜਰ ਦੇ ਵਿੱਚ ਹੀ ਪਾਈ ਖਲੋਤੇ ਨੇ, ਕਦੇ ਕਹਿੰਦੇ ਯੂਜੀਐਸਸੀ ਤੋਂ ਤੁਹਾਡੀਆਂ ਡਿਗਰੀਆਂ ਵੈਰੀਫਾਈਡ ਕਰਨੀਆਂ ਨੇ, ਕਦੇ ਕੁਝ, ਤੇ ਜਿਹੜੇ ਪੀਪੀਐਸ ਨੇ ਮਤਲਬ ਕਿ ਉਹਨਾਂ ਦਾ ਸਾਰਾ ਕੁਝ ਕਰਵਾ ਵੀ ਲਿਆ, ਮੈਡੀਕਲ ਵੀ ਹੋਇਆ, ਉਹਨਾਂ ਦੀ ਜੁਆਇਨਿੰਗ ਹੀ ਨਹੀਂ ਕਰਵਾ ਰਹੇ ਜੀ। ਇਸ ਕਰਕੇ ਹੁਣ ਦੇਖੋ, ਇਸ ਸਰਕਾਰ ਤੇ ਤਾਂ ਆਪਾਂ ਕੱਲੀ ਸੁੱਟ ਨਹੀਂ ਸੁੱਟਦੇ, ਉਹਨਾਂ ਨੂੰ ਚਾਹੀਦਾ ਸੀਗਾ, ਕਿਉਂਕਿ ਜੇ ਤੁਸੀਂ ਉੜੀਸਾ ਨੂੰ ਵੇਖੋਗੇ ਜਾਂ ਮਨੀਪੁਰ ਨੂੰ ਵੇਖੋਗੇ, ਉਹਨਾਂ ਦੇ ਪਲੇਅਰ ਬਹੁਤ ਥੋੜੇ ਸੀਗੇ, ਇੱਕਾ ਦੁੱਕਾ, ਤਾਂ ਉਹਨਾਂ ਨੇ ਜਦੇ ਹੀ ਜੁਆਇਨਿੰਗ ਕਰਵਾਤੀ। ਜੇ ਕੋਈ ਫਾਰਮੈਲਿਟੀ ਉਹ ਬਾਅਦ ਚ ਪੂਰੀ ਹੁੰਦੀ ਰਹੇਗੀ ਜੀ, ਕਿਉਂਕਿ ਪਲੇਅਰ ਦੇ ਵਾਸਤੇ ਤਾਂ ਟਾਈਮ ਹੁੰਦਾ ਹੀ ਹੈ ਨਾ। ਕਈ ਵਾਰ ਇਹ ਇਦਾਂ ਦੀ ਲਿਬਰਲ ਪਾਲਿਸੀ ਹੁੰਦੀ ਹੈ ਕਿ ਕਿਸੇ ਪਲੇਅਰ ਦੀ ਕੋਈ ਡਿਗਰੀ ਰਹਿੰਦੀ ਹੈ ਤਾਂ ਉਹਨੂੰ ਇੱਕ ਟਾਈਮ ਦਿੱਤਾ ਜਾਂਦਾ ਕਿ ਤੂੰ ਇੰਨੇ ਸਾਲਾਂ ਦੇ ਵਿੱਚ ਡਿਗਰੀ ਕਰ ਲਈ, ਉਹ ਮੌਕਾ ਦਿੱਤਾ ਜਾਂਦਾ। ਸੋ ਇਸ ਕਰਕੇ ਇਹਨਾਂ ਖਿਡਾਰੀਆਂ ਦਾ ਜਿਹੜਾ ਇਹ ਫਿਕਰ ਆ, ਡਰ ਆ, ਝੋਰਾ ਹੈ ਕਿ ਬਾਈ ਕੱਲ ਨੂੰ ਪਤਾ ਨਹੀਂ ਕੀ ਬਣੇਗਾ। ਹੁਣ ਸਰਕਾਰਾਂ ਦਾ ਕੰਮ ਆ ਕਿ ਪ੍ਰੋਸੀਜਰ ਹੀ ਲੰਮਾ ਕਰੀ ਜਾਂਦੇ ਆ। ਬਿਲਕੁਲ ਇਹਨੂੰ ਹੁਣ ਵੇਖਣਾ ਚਾਹੀਦਾ ਮਾਨ ਸਰਕਾਰ ਬੰਨਿਓ, ਕਿਉਂਕਿ ਉਹ ਖੇਡਾਂ ਪ੍ਰਤੀ ਉਪਰਾਲੇ ਕਰ ਰਹੇ ਨੇ। ਜਿਹੜੇ ਇੱਥੋਂ ਦੇ ਖੇਡ ਮੰਤਰੀ ਨੇ, ਵਜ਼ੀਰ ਨੇ ਜਿਹੜੇ ਖੇਡਾਂ ਦੇ, ਉਹ ਬਹੁਤ ਨੌਜਵਾਨ ਨੇ, ਖੇਡਾਂ ਪ੍ਰਤੀ ਰੁਚੀ ਰੱਖਦੇ ਆ, ਤਾਂ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੀ ਜੁਆਇਨਿੰਗ ਕਰਾਉਣ ਜਲਦੀ ਤੋਂ ਜਲਦੀ, ਜੋ ਵੀ ਪ੍ਰੋਸੀਜਰ ਹੈਗਾ ਉਹਨੂੰ ਛੇਤੀ ਤੋਂ ਛੇਤੀ ਨੇਪਰੇ ਚਾੜ ਲੈਣ। ਤੇ ਨਹੀਂ ਤਾਂ ਫਿਰ ਇਸ ਤਰ੍ਹਾਂ ਦਾ ਜੇ ਮੈਸੇਜ ਆਏਗਾ, ਅੱਜ ਅਸੀਂ ਮਾਣ ਕਰਦੇ ਆ ਤਾਂ ਕੱਲ ਨੂੰ ਫਿਰ ਤਾਕੀਦ ਕਰਾਂਗੇ ਕਿ ਬਈ ਹਾਕੀ ਤਾਂ ਜ਼ਰੂਰ ਖੇਡਦੀ ਮੁੰਡਿਆਂ, ਪਰ ਪੰਜਾਬ ਵਾਸਤੇ ਨਾ ਖੇਡੀ, ਇੱਥੇ ਤੇ ਤੁਹਾਨੂੰ ਖੱਜਲ ਹੀ ਕਰਨਗੇ। ਕਿਉਂਕਿ ਸਾਡੇ ਤੇ ਅੱਗੇ ਬਹੁਤ ਸਾਰੇ ਪਲੇਅਰ ਹੈ। ਸਾਡਾ ਇੱਕ ਪਲੇਅਰ ਸੀਗਾ ਇੱਥੇ, ਮੇਰੇ ਖਿਆਲ ਦੇ ਨਾਲ ਲੌਂਗ ਜੰਪ ਲਾਉਂਦਾ ਸੀਗਾ, ਅਪਿੰਦਰ ਹੈ ਉਹਦਾ ਨਾਮ, ਸ਼ਾਇਦ ਅਰਪਿੰਦਰ ਮਾਝੇ ਦਾ ਸੀਗਾ, ਅੰਮ੍ਰਿਤਸਰ ਦਾ, ਉਹ ਹਰਿਆਣੇ ਚ ਮੂਵ ਹੋ ਗਿਆ ਸੀਗਾ ਇਹਨਾਂ ਤੋਂ ਮਾਯੂਸ ਹੋ ਕੇ। ਇਹ ਦੇਖੋ ਕਿੱਡਾ ਇਤਫਾਕ ਸਾਡੇ ਨਾਲ ਹੁਣ ਗਲਤ ਵਾਪਰ ਰਿਹਾ ਹੈ ਕਿ ਕਿਸੇ ਸਮੇਂ ਹਰਿਆਣੇ ਵਾਲੇ ਸਾਡੇ ਇੱਥੇ ਆਉਂਦੇ ਸਨ ਜੌਬ ਲੈਣ, ਬਿਲਕੁਲ, ਕਿਤੇ ਹੁਣ ਸਾਡੇ ਉਧਰ ਨੂੰ ਝਾਕ ਰਹੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹਨਾਂ ਚੈਂਪੀਅਨਸ ਬੰਦਿਆਂ ਦੀ ਇੱਕ ਮਿਸਾਲ ਪੇਸ਼ ਕੀਤੀ ਜਾਵੇ ਕਿ ਜੇ ਤੁਸੀਂ ਖੇਡਾਂ ਦੇ ਵਿੱਚ ਪੈਰ ਰੱਖਦੇ ਹੋ ਤਾਂ ਬੱਚਿਓ ਤੁਹਾਡਾ ਜੀਵਨ ਇੱਧਰ ਵੀ ਸੁਰੱਖਿਅਤ ਹੋ ਸਕਦਾ ਹੈ। ਵੈਸੇ ਵੀ ਮਿੰਟੂ ਜੀ, ਜਿਹੜੀ ਤੁਸੀਂ ਪਹਿਲਾਂ ਹੀ ਗੱਲ ਕੀਤੀ ਸੀ ਨਾ ਕਿ ਜਿਹੜੇ ਸਪੋਰਟਸ ਪਰਸਨਸ ਹੁੰਦੇ ਨੇ, ਇਹਨਾਂ ਨੂੰ ਆਪਣਾ ਫਿਊਚਰ ਸਿਕਿਉਰ ਕਰਨ ਵਾਸਤੇ ਉਧਰ ਨੂੰ ਵੀ ਧਿਆਨ ਹੁੰਦਾ, ਕਿਉਂਕਿ ਦੇਖੋ
ਜਿਵੇਂ ਤੁਸੀਂ ਆਪ ਖੇਡਦੇ ਰਹੇ ਹੋ ਤੇ ਤੁਸੀਂ ਆਪ ਖਿਡਾਰੀਆਂ ਦੇ ਨਾਲ ਤੇ ਹੋਰ ਸਾਰਿਆਂ ਨਾਲ ਵਿਚਰਦੇ ਰਹੇ ਹੋ, ਬਾਕੀ ਦੇ ਪ੍ਰੋਫੈਸ਼ਨਸ ਦੇ ਵਿੱਚ ਜਿਸ ਉਮਰ 'ਚ ਜਾ ਕੇ ਬੰਦਾ ਆਪਣੇ ਕਰੀਅਰ ਦੇ ਪੀਕ ਤੇ ਪਹੁੰਚਦਾ, ਸਪੋਰਟਸ ਪਰਸਨ ਉਸ ਉਮਰ ਦੇ ਵਿੱਚ ਜਾ ਕੇ ਸਪੋਰਟਸ ਤੋਂ ਆਪਣੇ ਕੰਮ ਤੋਂ ਰਿਟਾਇਰ ਹੋਣ ਵੱਲ ਤੁਰ ਪੈਂਦਾ ਵੀ 35 36 37 38 ਸਾਲ ਦੀ ਉਮਰ 'ਚ, ਜਿੱਥੇ ਬਾਕੀ ਆਪਣੇ ਕਰੀਅਰ ਦੀ ਬੁਲੰਦੀ ਨੂੰ ਛੂਹਣਾ ਸ਼ੁਰੂ ਕਰਦੇ ਨੇ, ਸਪੋਰਟਸ ਪਰਸਨ ਨੂੰ ਰਿਟਾਇਰ ਹੋਣਾ ਪੈ ਜਾਂਦਾ। ਬਿਲਕੁਲ ਬਿਲਕੁਲ, ਤੁਸੀਂ ਇਹ ਦੇਖੋ ਕਿ ਸਚਿਨ ਤੇਂਦੁਲਕਰ ਵਰਗਾ ਜੀਨੀਅਸ ਬੰਦਾ 10ਵੀਂ ਚੋਂ ਫੇਲ ਹੋ ਗਿਆ ਸੀ ਜੀ। 10ਵੀਂ ਚੋਂ ਸਚਿਨ ਤੇਂਦੁਲਕਰ ਫੇਲ ਇਸ ਕਰਕੇ ਹੋ ਗਿਆ ਸੀ ਕਿਉਂਕਿ ਉਹਦਾ ਧਿਆਨ ਖੇਡ ਤੇ ਸੀਗਾ ਜੀ। ਇਹ ਨਹੀਂ ਹੈ ਕਿ ਉਹਨੂੰ ਪੜ੍ਹਾਈ ਨਹੀਂ ਸੀ ਆਉਂਦੀ। ਸੋ ਗੱਲ ਇਹ ਹੈ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਖਿਡਾਰੀ ਅੱਛੀ ਤਰੀਕੇ ਦੇ ਨਾਲ ਪੜ੍ਹਾਈ ਵੀ, ਤਾਲੀਮ ਵੀ ਹਾਸਲ ਨਹੀਂ ਕਰ ਸਕਦਾ, ਅੱਛੀ ਤਾਲੀਮ ਹਾਸਲ ਨਹੀਂ ਕਰ ਸਕਦਾ ਕਿਉਂਕਿ ਉਹਦੇ ਵਾਸਤੇ ਟਾਈਮ ਬਹੁਤ ਥੋੜਾ ਹੁੰਦਾ ਹੈ। ਸੋ ਇਸ ਕਰਕੇ ਬਿਲਕੁਲ ਸਹੀ ਗੱਲ ਤੁਸੀਂ ਕਹੀ ਆ ਕਿ ਇਸ ਮਾਮਲੇ ਦੇ ਵਿੱਚ ਤੇ ਇਹਨਾਂ ਦੀ ਇਹ ਚਿੰਤਾ ਹੋਣੀ ਨਹੀਂ ਚਾਹੀਦੀ। ਪਤਾ ਹੋਵੇ ਬੱਚੇ ਨੂੰ ਕਿ ਜੇ ਮੈਂ ਏਸ਼ੀਆਡ ਹੋ ਗਿਆ ਜਾਂ ਮੈਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਚਲੇ ਗਿਆ, ਚਾਹੇ ਉਹ ਪਾਰਟਿਸਿਪੇਟ ਹੀ ਕੀਤਾ ਉਹਨੇ ਜੀ, ਜਾਂ ਮੈਂ ਓਲੰਪੀਅਨ ਬਣ ਗਿਆ ਜਾਂ ਮੈਂ ਰਾਸ਼ਟਰਮੰਡਲ ਖੇਡਾਂ 'ਚ ਚਲੇ ਗਿਆ, ਕਾਮਨਵੈਲਥ 'ਚ ਚਲੇ ਗਿਆ, ਤਾਂ ਘੱਟੋ ਘੱਟ ਮੈਨੂੰ ਇਸ ਤਰੀਕੇ ਦੀ ਜਾਂ ਇਸ ਸ਼੍ਰੇਣੀ ਦੀ ਜੌਬ ਮਿਲ ਜਾਣੀ ਹੈ। ਉਹ ਪਹਿਲਾਂ ਤੈਅ ਹੋਣਾ ਚਾਹੀਦਾ ਕਿ ਜਦੋਂ ਮੈਂ ਵਾਪਸ ਪਰਤੂਗਾ ਮੈਨੂੰ ਮੰਗਣ ਦੀ ਲੋੜ ਨਹੀਂ ਹੈ, ਜੌਬ ਮੇਰੇ ਆਪ ਹੀ ਹੱਥ 'ਚ ਹੋਏਗਾ ਜੀ। ਤਾਂ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਬਿਲਕੁਲ ਇਹ ਗਲਤ ਮੈਸੇਜ ਆ ਰਿਹਾ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਆ ਉਹ ਗੇਮਾਂ ਤੋਂ ਦੂਰ ਹੋਣਗੇ, ਜਿਹੜੇ ਕਿ ਅੱਗੇ ਵੀ ਆਪਾਂ ਦੇਖਦੇ ਹੀ ਅੱਜ ਕੱਲ ਤਾਂ ਉਹ ਮੋਬਾਈਲ ਤੇ ਮੈਂ ਤੇ ਵੇਖਦਾ ਵਿਜੇ ਜੀ ਟੂੰ ਕਰਾਈ ਜਾਂਦੇ ਨੇ ਸਾਰਾ ਦਿਨ, ਗਰਾਊਂਡ ਤੇ ਜਾਂਦੇ ਬਹੁਤ ਘੱਟ ਨੇ। ਮਿੰਟੂ ਜੀ ਦੱਸਿਓ ਕਿ ਇਹ ਕਿੱਥੇ ਵਾਪਰਿਆ ਕਿ ਫਿਲਮੀ ਸਟਾਈਲ ਦੇ ਵਿੱਚ ਥਾਣੇਦਾਰ ਨੂੰ ਧੱਕਾ ਮਾਰ ਕੇ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਆਪਣੇ ਭਰਾ ਨੂੰ ਛੁਡਾ ਕੇ ਲੈ ਗਈ ਉਸਦੀ ਭੈਣ? ਉਹ ਦੰਗਲ ਫਿਲਮ ਦਾ ਡਾਇਲੌਗ ਯਾਦ ਆ ਗਿਆ, ਮਾਰੀ ਛੋਰੀਆਂ ਸ਼ੋਰੋਂ ਸੇ ਕਮ ਹੈ ਜੀ। ਗੱਲ ਇਹ ਹੈ ਕਿ ਇਸ ਵੇਲੇ ਹਾਲਾਤ ਕੁਝ ਇਸੇ ਤਰ੍ਹਾਂ ਦੇ ਬਣੇ ਪਏ ਨੇ ਕਿ ਬੀਬੀਆਂ ਤੋਂ ਵਾਕਿਆ ਡਰ ਲੱਗਦਾ। ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਮੈਂ ਦੇਖੀ, ਜਿਹਦੇ 'ਚ ਉਹ ਬੀਬੀ ਸੁਸਾਇਟੀ 'ਚ ਐਂਟਰ ਹੋਣਾ ਸ਼ੁਰੂ ਕਰਦੀ ਹੈ ਤੇ ਉਹ ਕਿਤੇ ਸਿਕਿਉਰਿਟੀ ਗਾਰਡ ਨੇ ਵੇਲੇ ਸਿਰ ਦਰਵਾਜ਼ਾ ਨਹੀਂ ਖੋਲਿਆ, ਉਹ ਉੱਤਰ ਆਈ ਹੈ ਤੇ ਵਕੀਲ ਹੈ ਪੇਸ਼ੇ ਤੋਂ ਬੀਬੀ, ਜੋ ਗੰਦ ਬਕਦੀ ਆ ਤੇ ਜਿਸ ਤਰ੍ਹਾਂ ਉਹ ਚਲਾ ਕੇ ਮਾਰਦੀ ਆ, ਲੋਕ ਕਹਿੰਦੇ ਕਿ ਇਹਨੂੰ ਜ਼ਮਾਨਤ ਦੇ ਕੇ ਤੇ WWE 'ਚ ਘੱਲੋ ਜਰਾ, ਵੇਖੋ ਪਾਸੇ ਕਿਵੇਂ ਬਣਦੇ। ਤੇ ਉਹ ਮੈਂ ਵੇਖਿਆ ਇੱਕ ਸਪੈਨ ਬੀਬੀ ਨੇ ਉਹਨੂੰ ਫੜ ਰੱਖਿਆ, ਉਹਦਾ ਗੋਟੀ ਨਹੀਂ ਹੱਥ 'ਚ ਆ ਰਿਹਾ। ਮੈਂ ਕਿਹਾ ਵਾਕਿਆ ਇਹ ਤਾਂ ਉਹ ਪਰੇ ਨੂੰ ਹੋ ਕੇ ਖੜੀ ਆ, ਕਿਤੇ ਮੇਰੇ ਨਾਲ ਹੱਥਾ ਜੜ ਦੇਵੇ। ਤਾਂ ਇਹ ਪੰਜਾਬ ਦੇ ਵਿੱਚ ਵਾਪਰ ਗਿਆ, ਜਗਰਾਉਂ ਦੇ ਵਿੱਚ ਜੀ। ਇੱਥੇ ਨਜਾਇਜ਼ ਮਾਈਨਿੰਗ ਦਾ ਪਰਚਾ ਸੀਗਾ ਤੇ ਕੋਈ ਮੁੰਡਾ ਇਹਨਾਂ ਨੇ ਪੇਸ਼ ਕਰਨਾ ਸੀ ਕੋਰਟ ਦੇ ਵਿੱਚ, ਥਾਣੇਦਾਰ ਸਾਹਿਬ ਪੇਸ਼ ਕਰਾ ਕੇ ਤੇ ਉਹਦੀ ਤਸਵੀਰ ਖਿਚਾ ਰਹੇ ਸਨ। ਇਹ ਨਹੀਂ ਕਿ ਉਹਨੇ ਬਟੂਏ 'ਚ ਰੱਖਣੀ, ਅੱਜ ਕੱਲ ਤੁਹਾਨੂੰ ਪਤਾ ਰਿਕਾਰਡ 'ਚ ਲੱਗਦੀ ਆ। ਤਾਂ ਉਹ ਤਸਵੀਰ ਖਿਚਾ ਕੇ ਜਦੋਂ ਬਾਹਰ ਨਿਕਲ ਲੱਗਾ ਤੇ ਉਹਦੀ ਭੈਣ ਆ ਗਈ। ਮੁੰਡਾ ਵੀ ਤਸਵੀਰ ਤੋਂ ਤਗੜਾ ਹੀ ਨਜ਼ਰ ਆ ਰਿਹਾ। ਤੇ ਫਿਰ ਜ਼ਾਰਾ ਜੀ ਹੈ ਕਿ ਗੱਲ ਇਹ ਕਿ ਭੈਣ ਭਰਾ ਹੀ ਹੱਡਾਂ ਦੇ ਖੁੱਲੇ ਹੋਣਗੇ। ਉਹਨੇ ਥਾਣੇਦਾਰ ਨੂੰ ਘੇਰ ਲਿਆ, ਇੱਕ ਦੋ ਧੱਫੇ ਮਾਰੇ ਜਾਂ ਧੌਲ ਧੱਪਾ ਮਾੜਾ ਜਿਹਾ ਹੋ ਕੇ ਤੇ ਧੱਕਾ ਕੀਤਾ ਤੇ ਉਹ ਪਾਸੇ ਹੋ ਗਿਆ। ਉਹਨੂੰ ਆਖਿਆ ਮਾਰ ਹੁਣ ਤੂੰ ਕਿੱਕ ਤੇ ਨਿਕਲ ਜਾ, ਤਾਂ ਉਹ ਨਿਕਲ ਗਿਆ ਜੀ। ਕਮਾਲ ਦੀ ਗੱਲ ਇਹ ਕਿ ਥਾਣੇਦਾਰ ਉਧਰ ਇੱਧਰ ਨੂੰ ਭੱਜਾ, ਨਾਲ ਜਿਹੜਾ ਕੋਈ ਇੱਕ ਅੱਧਾ ਮੁਲਾਜ਼ਮ ਸੀ, ਉਹ ਜਿਹੜੀ ਕੁੜੀ ਆ ਤੇ ਉਹਦੀ ਇੱਕ ਕੋਈ ਸਾਥਣ ਹੋਰ ਸੀ, ਉਹ ਵੀ ਨਿਕਲ ਗਿਆ ਉੱਥੋਂ। ਸੋ ਇਹ ਬੜੀ ਘਟਨਾ ਉਸ ਏਰੀਏ 'ਚ ਚਰਚਿਤ ਹੈ ਕਿ ਕਮਾਲ ਹੋ ਗਈ ਹੈ ਕਿ ਅੱਗੇ ਤੇ ਬੜੇ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਸਨ ਲੋਕ ਕਿ ਆਪਣਾ ਸਾਥੀ ਛਡਾ ਕੇ ਲਿਜਾਣਾ, ਇੱਥੇ ਤੇ ਬਈ ਬੀਬੀਆਂ ਆਈਆਂ ਤੇ ਉਹਨਾਂ ਦੇ ਸ਼ਿਕਾਟੇ ਹੀ ਪਾਤੇ ਇੱਕ ਮਿੰਟ ਦੇ ਵਿੱਚ। ਇਸ ਘਟਨਾ ਦੀ ਚਰਚਾ ਬਹੁਤ ਹੈ, ਪਰ ਬਹੁਤ ਕੁਝ ਐਸਾ ਵੈਸਾ ਹੋ ਰਿਹਾ। ਵਿਜੇ ਜੀ ਅੱਜ ਇੱਕ ਹੋਰ ਘਟਨਾ ਵਾਪਰੀ ਜੰਡਿਆਲਾ ਦੇ ਲਾਗੇ, ਹੈਰਾਨ ਕਰਨ ਵਾਲੀਆਂ ਘਟਨਾਵਾਂ ਦੱਸ ਰਿਹਾ ਤੇ ਉੱਥੇ ਕੀ ਹੈ ਕਿ ਰਸਤਾ ਨਹੀਂ ਮਿਲਿਆ, ਉਹਨੇ ਆਪਣਾ ਕੱਢਿਆ ਜਿਵੇਂ ਧੂਮ 2-3 'ਚ ਨਹੀਂ ਲਈ ਫਿਰਦੇ ਅੱਜ ਕੱਲ ਬਾਈਕ, ਇਸ ਤਰ੍ਹਾਂ ਦਾ ਬਾਈਕ ਅੱਗੇ ਲਾ ਕੇ ਤੇ ਪਿਸਟਲ ਕੱਢ ਲਿਆ ਉਹਨੇ। ਸ਼ੁਕਰ ਕਰੋ ਜਿਹੜੀ ਮਤਲਬ ਕਿ ਪੁਲਿਸ ਨੇ ਕਹਾਣੀ ਦੱਸੀ ਹੈ ਉਹ ਇਹ ਦੱਸੀ ਹੈ ਕਿ ਉਹਦਾ ਜਿਹੜਾ ਉਹ ਸੀਗਾ ਘੋੜਾ ਉਹ ਫਸ ਗਿਆ, ਫਾਇਰ ਨਹੀਂ ਹੋਇਆ। ਉਹ ਜਵਾਕਾਂ ਵਾਲੀ ਵੈਨ ਸੀਗੀ, ਜਵਾਕਾਂ ਵਾਲੀ ਬੱਸ ਹੈ ਜਿਹੜੀ ਹੁੰਦੀ ਸਕੂਲ ਵੈਨ। ਕਮਾਲ ਦੀ ਗੱਲ ਹੈ ਕਿ ਉਹ 3-4 ਵਾਰੀ ਉਹਨੇ ਟ੍ਰਿਗਰ ਨੱਪਿਆ ਉਹਦਾ, ਫਾਇਰ ਕੀਤਾ ਸਿੱਧਾ। ਫਿਰ ਉਹ ਡਰਾਈਵਰ ਕੰਡਕਟਰ ਥੋੜੀ ਜਿਹੀ ਜ਼ੁਰਤ ਵਿਖਾਉਂਦੇ ਨੇ, ਉਹਨਾਂ ਨੇ ਘੇਰ ਲਿਆ, ਉਹਨੂੰ ਸੁੱਟ ਲਿਆ। ਫਿਰ ਛਿੱਤਰ ਪਰੇਡ ਲੋਕਾਂ ਨੇ ਬਹੁਤ ਕੀਤੀ, ਰੋਖ ਨਾਲ ਬੰਨਿਆ ਹੋਇਆ ਸੀਗਾ। ਉਹ ਨਸ਼ੇੜੀ ਆ। ਤੁਸੀਂ ਦੇਖੋ ਕਿ ਸੜਕਾਂ ਤੇ ਇਦਾਂ ਚੱਲਦੀ ਫਿਰਦੀ 302 ਕਹਿ ਲੋ ਤੇ 307 ਕਹਿ ਲੋ, ਪਤਾ ਨਹੀਂ ਕਿਹੜੀ ਧਾਰਾ ਤੋਂ ਹੀ ਫਿਰਦੀ ਆ ਅੱਜ ਕੱਲ। ਉਹ ਜਿਵੇਂ ਪੁਰਾਣੇ ਜ਼ਮਾਨੇ 'ਚ ਲਿਖਿਆ ਹੁੰਦਾ ਸੀ ਨਾ, ਬਚਾਅ ਵਿੱਚ ਹੀ ਬਚਾਅ ਹੈ, ਤੇ ਅੱਜ ਕੱਲ ਤੇ ਵਾਕਿਆ ਇੱਥੇ ਬਚਾਅ ਹੀ ਬਚਾਅ ਹੈ। ਪੁਲਿਸ ਵਾਲੇ ਵੀ ਇਹੀ ਸੋਚਦੇ ਆ ਕਿ ਭਰਾਓ ਇਹਨਾਂ ਨੂੰ ਪੇਸ਼ੀ ਪੁੱਛੀ ਤੇ ਲਿਜਾਣਾ ਤੇ ਬਚਾ ਕੇ ਲਿਜਾਓ, ਬਚਾਅ 'ਚ ਹੀ ਬਚਾਅ ਹੈ ਜੀ। ਮਿੰਟੂ ਜੀ ਸਮਾਂ ਆਪਣੇ ਕੋਲ ਬਹੁਤ ਘੱਟ ਹੈ। ਇੱਕ ਅੱਜ ਨਾ ਸਵੇਰ ਸਾਰ ਸਾਡੇ ਸਮੇਂ ਮੁਤਾਬਕ ਖਬਰ ਆਈ ਸੀ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਾੜਾ ਜਿਹਾ ਉਹਦੇ ਬਾਰੇ ਜ਼ਿਕਰ ਵੀ ਕੀਤਾ ਸੀ ਕਿ ਵੈਸੇ ਦੇਖੋ ਕਾਰਪੋਰੇਟ ਅਦਾਰਿਆਂ ਦੇ ਟੇਕ ਓਵਰ, ਕਿਸੇ ਨੇ ਖਰੀਦ ਲਿਆ, ਕਿਸੇ ਨੇ ਸ਼ੇਅਰ ਵੇਚਤੇ, ਚੱਲਦਾ ਰਹਿੰਦਾ।
ਪਰ NDTV ਦੇ ਤਕਰੀਬਨ 30% ਸ਼ੇਅਰ ਗੌਤਮ ਅਡਾਨੀ ਨੇ ਖਰੀਦ ਲਏ ਨੇ ਤੇ ਕਹਿੰਦੇ ਵੀ 26% ਹੋਰ ਸ਼ੇਅਰ ਖਰੀਦਣ ਵਾਸਤੇ ਉਹਨਾਂ ਨੇ ਓਪਨ ਆਫਰ ਵੀ ਪਾ ਦਿੱਤੀ ਆ। ਤੇ ਉਹ ਤੋਂ ਮਗਰੋਂ ਹੁਣ NDTV ਨੂੰ ਜਿਸ ਹਿਸਾਬ ਦਾ ਉਹਨਾਂ ਦਾ ਰਿਪੋਰਟਿੰਗ ਦਾ ਸਟਾਈਲ ਰਿਹਾ, ਸੋਸ਼ਲ ਮੀਡੀਆ ਤੇ ਰਿਐਕਸ਼ਨ ਕਾਫੀ ਚੱਲ ਰਿਹਾ ਵੀ ਲੱਗਦਾ ਵੀ ਹੁਣ ਉੱਥੇ ਵੀ ਕੋਈ ਤਬਦੀਲੀ ਆ ਸਕਦੀ ਹੈ। ਤਬਦੀਲੀ ਤੇ ਮੇਰੇ ਖਿਆਲ ਦੇ ਨਾਲ ਹੋ ਚੁੱਕੀ ਹੈ। ਜੇ ਤੁਸੀਂ ਦੇਖੋਗੇ ਵਿਜੇ ਜੀ ਕਿ ਕਾਰਪੋਰੇਟ ਨੇ 80 ਦੇ ਦਹਾਕੇ ਚੋਂ ਹੀ ਮੀਡੀਆ ਦਾ, ਖਾਸ ਤੌਰ ਤੇ ਇੰਡੀਅਨ ਮੀਡੀਆ ਦਾ ਕਾਰਪੋਰੇਟੀਕਰਨ ਕਰ ਦਿੱਤਾ ਸੀਗਾ। ਜਿਹੜੇ ਵੱਡੇ ਵੱਡੇ ਅੰਗਰੇਜ਼ੀ ਅਖਬਾਰ ਆ, ਜੇ ਇਹਨਾਂ ਦੀ ਤੁਸੀਂ ਹਿਸਟਰੀ ਚੱਕ ਕੇ ਦੇਖੋਗੇ, ਇਹਨਾਂ ਦੀ ਸ਼ੇਅਰ ਲਿਸਟ ਚੱਕ ਕੇ ਦੇਖੋਗੇ, ਬਹੁਤ ਵੱਡੇ ਵੱਡੇ ਸਟੇਕ ਹੋਲਡਰ ਤੁਹਾਨੂੰ ਇਹਨਾਂ ਦੇ ਵਿੱਚੋਂ ਕਾਰਪੋਰੇਟੀ ਹੀ ਮਿਲਣਗੇ ਅੰਗਰੇਜ਼ੀ ਅਖਬਾਰਾਂ ਦੇ। ਸੋ ਇੱਧਰ ਥੋੜਾ ਜਿਹਾ ਲੇਟ ਆਏ ਨੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਡਿਜੀਟਲ ਜਿਹੜੇ ਪਲੇਟਫਾਰਮ ਆ ਉਹ ਥੋੜਾ ਜਿਹਾ ਇੱਥੇ ਜਲਦੀ ਨਹੀਂ ਜ਼ਿਆਦਾ ਗਰੋ ਹੋਏ। ਬਾਅਦ ਦੇ ਵਿੱਚ ਜਦੋਂ ਸਟਾਰ ਨਿਊਜ਼ ਆਇਆ ਉਸ ਤੋਂ ਬਾਅਦ ਹੀ ਇਹ ਇੰਡਸਟਰੀ ਵਧੀ ਆ ਜੀ। ਤਾਂ ਹੁਣ ਕੀ ਹੈ ਕਿ ਅੰਬਾਨੀ ਇਸ ਖੇਤਰ ਦਾ ਬਹੁਤ ਮੰਨਿਆ ਖਿਡਾਰੀ ਹੈ। ਉਹਨਾਂ ਦੇ ਕੋਲ ਬਹੁਤ ਵੱਡੇ ਮੀਡੀਆ ਗਰੁੱਪ ਨੇ ਆਪਣੇ ਪੰਜਾਬ 'ਚ। ਮੈਂ ਨਾ ਇੱਕ ਕਮਾਲ ਦੀ ਤੁਹਾਨੂੰ ਗੱਲ ਦੱਸਾਂ, ਜਦੋਂ ਇੱਕ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਨਾ, ਤੁਹਾਨੂੰ ਪਤਾ ਨਾ ਕਿਸਾਨ ਜਦੋਂ ਉੱਥੋਂ ਆਗੂ ਨਿਕਲਦੇ ਸਨ ਬੱਸ ਤੇ ਟਾਹਟੀਆਂ ਟੂਟੀਆਂ ਬੰਨ੍ਹ ਕੇ, ਤੇ ਲਾਈਵ ਕਵਰੇਜ ਚੱਲਦੀ ਸੀ ਜੀ। ਤੇ ਉਹ ਇੱਕ ਬਾਬਾ ਬੋਲ ਰਹੇ ਸਨ, ਇਹਨਾਂ ਦੇ ਜਿਹੜੇ 30-32 ਜਣੇ ਆਗੂ ਸੀਗੇ ਇਹਨਾਂ ਦੇ ਵਿੱਚੋਂ ਹੀ ਜੀ, ਅੰਬਾਨੀਆਂ ਨੂੰ ਐ ਕਰ ਦਿਆਂਗੇ, ਉਹ ਕਰ ਦਿਆਂਗੇ, ਇਹ ਕਰ ਦਿਆਂਗੇ, ਮਾਝੇ ਦਾ ਨੇਤਾ। ਤੇ ਕਮਾਲ ਦੀ ਗੱਲ ਹੈ ਕਿ ਜਿਹੜੇ ਮਾਈਕ ਚੋਂ ਬੋਲ ਰਿਹਾ ਸੀ ਉਹ ਅੰਬਾਨੀਆਂ ਦਾ ਸੀਗਾ ਜੀ। ਗੱਲ ਇਹ ਹੈ ਕਿ ਇਹ ਇਸ ਪਾਸੇ ਇਹਨਾਂ ਨੇ ਆਉਣਾ ਹੀ ਆਉਣਾ। ਅਡਾਨੀ ਅੱਜ ਕੱਲ ਤੁਹਾਨੂੰ ਪਤਾ ਕੋਈ ਸੈਕਟਰ ਛੱਡ ਹੀ ਨਹੀਂ ਰਿਹਾ। 5G ਦੇ ਵਿੱਚ ਵੀ ਆ ਗਿਆ, ਉਹਨੇ ਆਪਣੇ ਜਿਹੜੇ ਅਦਾਰੇ ਨੇ ਉੱਥੋਂ ਤੱਕ 5G ਵੀ ਲੈ ਜਾਣਾ, ਉਹਦੀ ਐਕਸਪੈਂਸ਼ਨ ਵੀ ਕਰ ਦੇਗਾ ਆਉਣ ਵਾਲੇ ਸਮੇਂ 'ਚ। ਪੋਰਟ ਤੋਂ ਲੈ ਕੇ 에ਅਰਪੋਰਟ ਤੱਕ ਕੁਝ ਵੀ ਨਹੀਂ ਛੱਡਿਆ ਉਹਨੇ ਜੀ, ਸਾਰਾ ਕੁਝ ਵਲੇਟ ਦਿੱਤਾ। ਸੋ ਇਹ ਜਿਹੜਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਮੀਡੀਆ ਵਾਲਾ ਖੇਤਰ ਕਿਉਂ ਛੱਡੇਗਾ। ਤਾਂ ਉਹਦੇ ਚ ਕੀ ਹੈ ਕਿ NDTV ਗਿਆ, ਮੈਨੂੰ ਤਾਂ ਜਿੰਨੀ ਕੋਈ ਜਾਣਕਾਰੀ ਆ ਕਿ ਇੱਕ ਬਹੁਤ ਵੱਡਾ ਪਬਲਿਸ਼ ਹਾਊਸ ਆ, ਉਹ ਵੀ ਤਿਆਰ ਆ, ਸ਼ਾਇਦ ਉਹਦੇ ਵੀ ਕੁਛ ਨਾ ਕੁਛ ਸ਼ੇਅਰ ਖਰੀਦ ਜਾਣਗੇ। ਸੋ ਇਹ ਕਾਰਪੋਰੇਟੀਕਰਨ ਇੰਨਾ ਜ਼ਿਆਦਾ ਅੱਗੇ ਵਧੇਗਾ ਕਿ ਮਤਲਬ ਕਿ ਦੇਖੋ ਹੁਣ ਇੱਕ ਪਾਸੜ ਗੇਮ ਹੋ ਜਾਏਗੀ ਮੁੱਖ ਧਾਰਾ ਦੇ ਵਿੱਚ। ਬਚੇਗਾ ਤਾਂ ਬਚੇਗਾ ਆ ਜਿਹੜਾ ਆਪਾਂ ਵੇਖਦੇ ਆ ਕਿ ਜਿੱਦਾਂ ਡਿਜੀਟਲ ਕੋਈ ਪਲੇਟਫਾਰਮ, ਤੇ ਜੇ ਇਹਦੇ ਵਿੱਚ ਵੀ ਕੱਲ ਨੂੰ ਪਾਬੰਦੀਆਂ ਲੱਗ ਜਾਂਦੀਆਂ ਨੇ, ਫਰਜ਼ ਕਰੋ ਜਿੱਦਾਂ ਹੁਣ ਆਪਾਂ ਦੇਖਦੇ ਆ ਕਿ YouTube ਦੇ ਚੈਨਲ ਬੈਨ ਕਰ ਦਿੱਤੇ ਜਾਂਦੇ, ਜਾਂ ਉਹਨਾਂ ਤੇ ਸਖਤ ਹਦਾਇਤਾਂ ਲਾ ਦਿੱਤੀਆਂ ਜਾਂਦੀਆਂ ਕਿ ਤੁਸੀਂ ਆਹ ਕੰਟੈਂਟ ਨਹੀਂ ਕਰ ਸਕਦੇ, ਦੇਸ਼ ਦੀ ਜਾਨੀ ਅੰਦਰੂਨੀ ਸੁਰੱਖਿਆ ਦੇ ਨਾਮ ਤੇ ਜਾਂ ਕੂਟਨੀਤਿਕ ਰਿਸ਼ਤਿਆਂ ਦੇ ਨਾਮ ਤੇ। ਸੋ ਉਹ ਫਿਰ ਕਹਿ ਲਓ ਕਿ ਉਹ ਵੀ ਬੰਦ ਹੋ ਗਿਆ। ਜੇ ਉਹਦੇ ਤੇ ਵੀ ਹਦਾਇਤਾਂ ਹੋ ਗਈਆਂ, ਜੇ ਉਹਦੇ ਤੇ ਵੀ ਸਖਤਾਈ ਹੋ ਗਈ, ਤਾਂ ਫਿਰ ਕੀ ਰਹਿ ਗਿਆ? ਇੱਕ ਪਾਸੜ ਗੇਮ ਹੋ ਗਈ ਨਾ। ਬਿਲਕੁਲ। ਤਾਂ ਹੀ ਕਹਿੰਦੇ ਆ ਕਿ ਦੁਨੀਆ 'ਚ ਬਹੁਤ ਕੁਝ ਸਰਮਾਏਦਾਰੀ ਤੈਅ ਕਰਦੀ ਹੈ। ਤਾਂ ਸਰਮਾਏਦਾਰੀ ਦੇਖ ਲਓ, ਫਿਰ ਸਰਮਾਏਦਾਰੀ ਤੈਅ ਕਰੇਗੀ ਕਿਹੜੀ ਖਬਰ ਜਾਣੀ ਆ, ਕਿਹੜੀ ਖਬਰ ਰੁਕਣੀ ਹੈ, ਕਿਉਂਕਿ ਬਹੁਤ ਵੱਡਾ ਇੰਡੀਅਨ ਮੀਡੀਆ ਦਾ ਹਿੱਸਾ ਜਿਹੜਾ ਉਹ ਇਹਨਾਂ ਦੇ ਕੋਲ ਹੀ ਆ। ਉਹ ਤੁਸੀਂ ਡਾਇਰੈਕਟ ਇਨਡਾਇਰੈਕਟ ਦੇਖੋਗੇ ਤਾਂ ਹੈਰਾਨ ਹੋ ਜਾਓਗੇ, ਬਹੁਤ ਵੱਡੇ ਵੱਡੇ ਮੀਡੀਆ ਅਦਾਰੇ ਇਹਨਾਂ ਦੇ ਕੋਲ ਹੀ ਨੇ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਜੀ ਖੁਸ਼ਨੁਮਾ ਖਬਰ ਅੱਜ ਆਪਾਂ ਕੈਦੀਆਂ ਦੀ ਲੈਣੇ ਆ, ਕੈਦੀਆਂ ਦੇ ਲਿਹਾਜ਼ ਤੋਂ। ਤਾਂ ਇੱਕ ਦੇਖੋ ਹੁੰਦਾ ਹੈ ਕਿ ਸਰਕਾਰਾਂ ਦੀ ਆਲੋਚਨਾ ਤਾਂ ਪੱਤਰਕਾਰ ਨੂੰ ਕਰਨੀ ਪਵੇਗੀ। ਤਾਂ ਗੱਲ ਇਹ ਆ ਕਿ ਸਰਕਾਰਾਂ ਦੇ ਵਿੱਚ ਕੁਝ ਲੋਕ ਚੰਗੇ ਕੰਮ ਕਰਦੇ, ਜਾਂ ਸਰਕਾਰਾਂ ਦੇ ਕੁਝ ਫੈਸਲੇ ਬੜੇ ਆਲਾ ਹੁੰਦੇ ਨੇ। ਤਾਂ ਏਦਾਂ ਹੀ ਜਿਹੜੇ ਜੇਲ੍ਹ ਮੰਤਰੀ, ਉਹਨਾਂ ਦੀ ਇੱਕ ਪਹਿਲ ਕਦਮੀ ਅੱਛੀ ਲੱਗੀ। ਵੈਸੇ ਤੇ ਇਹਨਾਂ ਨੇ ਡਰੱਗ ਤੇ ਵੀ ਕਾਫੀ ਸਖਤੀ ਕੀਤੀ ਹੋਈ ਹੈ, ਨਤੀਜੇ ਕੀ ਨਿਕਲਦੇ ਹਾਲੇ ਥੋੜਾ ਇੰਤਜ਼ਾਰ ਰਹੇਗਾ। ਪਰ ਇੱਕ ਚੀਜ਼ ਹੋਰ ਕੀਤੀ ਇਹਨਾਂ ਨੇ ਕਿ ਇਹਨਾਂ ਨੇ ਲਿਟਰੇਸੀ ਵਾਸਤੇ ਬਹੁਤ ਕੰਮ ਵਧੀਆ ਕੀਤਾ ਹੈ। ਹੁਣ ਇਹਨਾਂ ਨੇ ਸਕੂਲ ਬਣਾਉਣੇ ਸਟਾਰਟ ਕਰ ਦਿੱਤੇ, ਔਰ ਸਭ ਤੋਂ ਪਹਿਲਾਂ ਕੀ ਕੀਤਾ ਹੈ ਕਿ 271 ਅਨਪੜ੍ਹ 75 ਦੇ ਕਰੀਬ ਜਿਹੜੇ 10ਵੀਂ ਪਾਸ ਨੇ, ਇਹਨਾਂ ਦੀਆਂ ਲਿਸਟਾਂ ਬਣਾ ਕੇ ਇਹਨਾਂ ਵਾਸਤੇ ਕਲਾਸਰੂਮ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਨੂੰ ਹੋਰ ਪੜਾਇਆ ਜਾਵੇ, ਅਨਪੜ੍ਹਾਂ ਨੂੰ, ਜਾਂ 8-10 ਜਿਹੜੇ ਪੜ੍ਹੇ ਨੇ ਜੀ। ਤਾਂ ਉਹਨਾਂ ਵਾਸਤੇ ਕੀ ਹੈ ਕਿ ਪ੍ਰਬੰਧ ਬਹੁਤ ਸੌਖਾ ਹੋ ਜਾਏਗਾ ਕਿ ਜੇ ਉੱਥੇ ਕੋਈ ਮੰਨ ਲਓ ਗ੍ਰੈਜੂਏਟ ਆ ਜਾਂ ਪੋਸਟ ਗ੍ਰੈਜੂਏਟ ਕੈਦੀ ਆ, ਤਾਂ ਉਹਦੀ ਮੁਸ਼ੱਕਤ ਇੱਧਰ ਪੈ ਜਾਏਗੀ, ਜਾਂ ਉਹਨੂੰ ਲੈ ਆਉਣਗੇ ਵਲੰਟੀਅਰ ਦੇ ਤੌਰ ਤੇ ਕਿ ਤੂੰ ਪੜਾ ਦੇ। ਜੇ ਉਹ ਕੱਚਾ ਕੈਦੀ ਹੈ ਤੇ ਜੇ ਉਹ ਸਜ਼ਾ ਯਾਫਤਾ ਹੈ ਤਾਂ ਉਹਨੂੰ ਕਹਿ ਲੋ ਕਿ ਮੁਸ਼ੱਕਤ ਪਾ ਕੇ ਲੈ ਆਉਣਗੇ, ਤਾਂ ਵਧੀਆ ਪ੍ਰਬੰਧ ਹੈ। ਸਭ ਤੋਂ ਵੱਡੀ ਗੱਲ ਇਹ ਆ ਕਿ 49 ਕੈਦੀਆਂ ਨੂੰ ਇਹਨਾਂ ਨੇ ਓਪਨ ਯੂਨੀਵਰਸਿਟੀ ਦੇ ਵਿੱਚ ਗ੍ਰੈਜੂਏਸ਼ਨ 'ਚ ਦਾਖਲਾ ਵੀ ਕਰਵਾ ਦਿੱਤਾ ਹੈ। ਤੇ ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਜੇ ਕਿਸੇ ਵੀ, ਕਿਉਂਕਿ ਜੇਲ੍ਹਾਂ ਦਾ ਇੱਥੇ ਮਾਡਲ ਜੇ ਤੁਸੀਂ ਦੇਖੋਗੇ ਸਾਡਾ ਬੜਾ ਖਸਤਾ ਹਾਲ ਆ ਜੀ। ਇੱਥੇ ਅੰਗਰੇਜ਼ਾਂ ਵਾਲਾ ਹੀ ਜ਼ਿਆਦਾ ਰੂਲ ਕਾਇਦਾ ਚੱਲਦਾ ਹੈ।
ਤਾਂ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤਾ ਜ਼ਿਆਦਾ ਹੈ ਨਹੀਂਗਾ ਕਿ ਜਿਹੜੇ ਵੱਖ-ਵੱਖ ਨੌਜਵਾਨ ਨੇ ਵੱਖ-ਵੱਖ ਉਹਨਾਂ ਨੂੰ ਸ਼੍ਰੇਣੀਆਂ 'ਚ ਰੱਖਿਆ ਜਾਵੇ, ਵੱਖ-ਵੱਖ ਬੈਰਕਾਂ 'ਚ ਰੱਖਿਆ ਜਾਵੇ ਜਾਂ ਵੱਖ-ਵੱਖ ਮਾਹੌਲ 'ਚ ਰੱਖਿਆ ਜਾਵੇ। ਤੇ ਇੱਥੇ ਸਾਰਾ ਦਾ ਕੰਮ ਇੱਕ ਵਾਢਿਓ ਇੱਕੋ ਜਿਹਾ ਹੀ ਹੁੰਦਾ ਹੈ। ਸੋ ਮੰਨ ਲਓ ਜੇ ਕੋਈ ਪੜ੍ਹਨ ਦੇ ਇਧਰਲੇ ਪਾਸੇ ਲੱਗਦਾ ਹੈ, ਕੋਈ ਸਾਹਿਤ ਦੇ ਲੜ ਲੱਗ ਜਾਂਦਾ ਹੈ ਜਾਂ ਕੋਈ ਹੋਰ ਉਹਦੇ 'ਚ ਕੋਈ ਟੈਲੈਂਟ ਹੈਗਾ ਜਿਹੜਾ ਨਿਖਾਰ ਕੇ ਅੱਗੇ ਲਿਆਂਦਾ ਜਾਂਦਾ ਹੈ, ਜੇ ਉਧਰਲੇ ਪਾਸੇ ਲੱਗ ਜਾਂਦਾ, ਨਾ ਸਿਰਫ ਉਹ ਜੇਲ੍ਹ 'ਚ ਅੱਛਾ ਟਾਈਮ ਟਪਾਏਗਾ, ਸ਼ਾਂਤਮਈ ਟਾਈਮ ਟਪਾਏਗਾ, ਬਲਕਿ ਜੇ ਬਾਹਰ ਵੀ ਆ ਜਾਏਗਾ ਤਾਂ ਮੇਰੇ ਖਿਆਲ ਦੇ ਨਾਲ ਬਾਹਰ ਵੀ ਉਹਦੇ ਕੋਲ ਦੁਨੀਆ ਖੁੱਲੀ ਪਈ ਹੋਏਗੀ ਬਹੁਤ ਕੁਝ ਕਰਨੇ ਨੂੰ। ਜੇਲ੍ਹ ਦੇ ਬਾਹਰ ਲਿਖਿਆ ਸੁਧਾਰ ਘਰ ਅਸਲ ਦੇ ਵਿੱਚ ਫਿਰ ਸੁਧਾਰ ਘਰ ਬਣ ਸਕੇਗਾ ਜੀ। ਬਿਲਕੁਲ ਬਿਲਕੁਲ।